वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करदियां जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दियां कड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रस्मां पवित्र कर दे एक बार सारे उच्चारण करो जी सतनाम वाहे गुरु जी। ये इतिहास पहले पातशाह जाहर पीर जगत गुरु कर तारण आए श्री गुरु नानक देव महाराज जी का है। प्रसंग है सतगुरु परमेश्वर मलाप तो बाद वापस मुड़े ने। चलदे चलदे सतगुरु सीलागिर पहाड़ तो अगे आए क्योंकि इत्थे कोई जीव जंतु नहीं सी। फिर जिथे सतगुरु हुण पहुंचे ने कहत सुनत तिह गिर पर आए जहां बिटप फल सहत सुहाए। अज इस कथा नूं जदों मैं पढ़ रहा सी एक बड़ी कवि जी ने गुरु पातशाह जी की इस साखी दे विच गल लिखी है जो परमेश्वर का बहुत वड्डा सिद्धांत सानू दृढ़ हुंदा है। जिथे हुण सतगुरु आए ने इत्थे बहुत सुंदर वृक्ष ने, उन्हां दे फल भी सुंदर ने, उन्हां दे फुल भी सुंदर ने, फुल्लां दे उत्ते भौरे भी टहकदे ने। इत्थे अनक बिदन लागे फल सरसंग शाखा भार भूम सो परसंग। फल इन्ने लगे ने कि फल दियां जड़ियां दरख्तां दियां शाखा ने टाहनियां ने वो झुक झुक के जमीन दे नाल वापस थले लगियां होइयां ने। क्यों लगियां ने? उन्हां दे लगण दा भी कोई अर्थ हो सकदा है। दरख्त उच्चे हुंदे ने, दरख्तां नूं फल लगने सुभाविक है, पर फल इन्ने लग जाण कि दरख्तां दियां शाखावां फिर धरती नूं छोहणियां शुरू हो जाण
ਇਹ ਗੱਲ ਵਿਦਵਾਨਾਂ ਨੇ ਇਹਨਾਂ ਪ੍ਰਕਿਰਤੀ ਦੇ ਨਿਯਮਾਂ ਤੋਂ ਬਹੁਤ ਕੁਝ ਸਾਨੂੰ ਸਿੱਖਣ ਲਈ ਕਿਹਾ ਹੈ। ਇਹ ਗੱਲ ਮੈਂ ਪਹਿਲਾਂ ਪੜ੍ਹੀ ਸੀ, ਅੱਜ ਇਹ ਅੱਗੋਂ ਦੂਸਰੀ ਆ ਗਈ। ਪਹਿਲਾਂ ਕੀ ਪੜ੍ਹਿਆ ਸੀ ਕਿ ਬ੍ਰਿਕਸ਼ ਇੱਕ ਬੀਜ ਹੁੰਦਾ ਕਿਸੇ ਵੇਲੇ, ਤੇ ਉਸ ਬੀਜ ਨੂੰ ਜਿਹੜੀ ਧਰਤੀ ਗਰਭ ਦਿੰਦੀ ਹੈ, ਆਪਣਾ ਪੇਟ ਦਿੰਦੀ ਹੈ, ਫਿਰ ਜਨਮ ਲੈਣ ਵਾਸਤੇ ਉਸ ਬੀਜ ਨੂੰ ਪੁੰਗਰਨ ਵਾਸਤੇ, ਉੱਗਣ ਵਾਸਤੇ, ਉਹਦੇ ਵਿੱਚੋਂ ਅੰਕੁਰ ਪ੍ਰਗਟ ਹੋ ਜਾਏ, ਇਹ ਸਾਰੇ ਸਾਹਿਤਕ ਸ਼ਬਦ ਨੇ। ਪੂਰਬ ਜਨਮ ਅੰਕੁਰ ਜਬ ਪ੍ਰਗਟੇ, ਪੂਰਬਲੇ ਜਨਮਾਂ ਦੇ ਕਰਮ ਜਦੋਂ ਪੁੰਗਰਦੇ ਨੇ, ਉੱਗਦੇ ਨੇ, ਤੇ ਜਿਹੜੀ ਧਰਤੀ ਆਪਣਾ ਗਰਭ ਦਿੰਦੀ ਹੈ, ਜਿਹੜੀ ਧਰਤੀ ਆਪਣੇ ਵਿੱਚ ਬੀਜ ਨੂੰ ਜਨਮ ਦਿੰਦੀ ਹੈ, ਫਿਰ ਉਸ ਨੂੰ ਵਧਣ ਫੁੱਲਣ ਵਾਸਤੇ ਤੱਤ ਦਿੰਦੀ ਹੈ, ਪਾਣੀ ਦਿੰਦੀ ਹੈ, ਖੁਰਾਕ ਦਿੰਦੀ ਹੈ। ਫਿਰ ਤੁਸੀਂ ਵੇਖਿਆ ਹੋਏਗਾ ਕਿ ਦੁਨੀਆ ਵਿੱਚ ਝੱਖੜ ਵੀ ਝੁੱਲਦੇ ਨੇ। ਫਿਰ ਉਹ ਧਰਤੀ ਜਿਹੜੀ ਹੈ ਉਸ ਨੂੰ ਖੜੇ ਰਹਿਣ ਵਾਸਤੇ ਸ਼ਕਤੀ ਦਿੰਦੀ ਹੈ। ਕਦੇ ਕਦੇ ਆਪਾਂ ਵੇਖਿਆ ਕਿ ਪੂਰੀਆਂ ਜੜ੍ਹਾਂ ਜਿਹੜੀਆਂ ਨੇ ਬ੍ਰਿਕਸ਼ਾਂ ਦੀਆਂ, ਉਹ ਜਦੋਂ ਵੱਡੇ ਵੱਡੇ ਵਾਵ ਰੋਲੇ ਆਉਂਦੇ ਨੇ, ਬੜੇ ਤੇਜ਼ ਰਫ਼ਤਾਰ ਝੱਖੜ ਆਉਂਦੇ ਨੇ, ਤਾਂ ਪੁੱਟੇ ਜਾਂਦੇ ਨੇ। ਪੂਰੀਆਂ ਜੜ੍ਹਾਂ ਹੀ ਨਾਲ ਬਾਹਰ ਆ ਜਾਂਦੀਆਂ ਨੇ। ਪਰ ਪੂਰੀ ਬਨਸਪਤੀ ਨਾਲ ਤੇ ਇਸ ਤਰ੍ਹਾਂ ਨਹੀਂ ਹੁੰਦਾ। ਕੋਈ ਟਾਵੇਂ ਬ੍ਰਿਕਸ਼ ਇਸ ਤਰ੍ਹਾਂ ਪੁੱਟੇ ਜਾਂਦੇ ਨੇ। ਤੇ ਫਿਰ ਆਪਾਂ ਸੋਚ ਸਕਦੇ ਹਾਂ ਵੀ ਜੇ ਕੁਝ ਪੁੱਟੇ ਜਾ ਸਕਦੇ ਨੇ ਤਾਂ ਪੁੱਟੇ ਤਾਂ ਸਾਰੇ ਵੀ ਜਾ ਸਕਦੇ ਨੇ, ਪਰ ਨਹੀਂ। ਉਹਨਾਂ ਨੂੰ ਧਰਤੀ ਨੇ ਮਜ਼ਬੂਤੀ ਦਿੱਤੀ ਹੈ, ਝੱਖੜ ਵਾਵ ਰੋਲਿਆਂ ਨੂੰ ਸਹਾਰਨ ਦੀ, ਝੱਲਣ ਦੀ ਬਲ ਸ਼ਕਤੀ ਦਿੱਤੀ ਹੈ। ਪਰ ਜਦੋਂ ਉਹਨਾਂ ਨੂੰ ਫਲ ਲੱਗਦੇ ਨੇ ਫਿਰ ਕੀ ਹੁੰਦਾ ਹੈ? ਉਹ ਪੌਦੇ ਉਸ ਧਰਤੀ ਵੱਲ ਝੁਕਦੇ ਨੇ ਜਿਹੜੀ ਧਰਤੀ ਨੇ ਕਦੇ ਆਪਣਾ ਗਰਭ ਦਿੱਤਾ ਸੀ, ਆਪਣਾ ਪੇਟ ਦਿੱਤਾ ਸੀ, ਆਪਣੇ ਵਿੱਚ ਜਨਮ ਲੈਣ ਦੀ ਉਹਨੇ ਸ਼ਕਤੀ ਦਿੱਤੀ ਸੀ। ਵੇਖੋ ਦੁਨੀਆ ਦੇ ਵਿੱਚ ਇੱਕ ਗੱਲ ਤੇ ਅਸੀਂ ਮੰਨ ਲਈ ਹੈ ਨਾ ਕਿ ਹਰ ਇਹ ਖਾਸ ਕਰਕੇ ਜਿਹੜਾ ਬੀਜ ਹੈ, ਇਹਦੇ ਲਈ ਵੀ ਇਹਨੂੰ ਪੰਜਾਬੀ ਦੇ ਵਿੱਚ ਤਾਂ ਅਸੀਂ ਸ਼ਬਦ ਵੱਤਰ ਵਰਤੇ ਹੈ, ਗੁਰਬਾਣੀ ਵਿੱਚ ਵੀ ਹੈ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਉਹਨੂੰ ਵੱਤਰ ਜਿਹੜਾ ਖਾਸ ਟੈਂਪਰੇਚਰ ਜਿਸ ਧਰਤੀ ਨੇ ਦਿੱਤਾ ਸੀ, ਜਦੋਂ ਉਸ ਦਰਖਤ ਨੂੰ ਫਲ ਲੱਗੇ ਤੇ ਉਹ ਫਿਰ ਉਹਨੇ ਮੂੰਹ ਤਾਂ ਨੂੰ ਨਹੀਂ ਚੁੱਕਿਆ। ਗੱਲਾਂ ਤੇ ਬੜੀਆਂ ਨੇ ਸਿੱਖਣ ਵਾਲੀਆਂ। ਕਦੇ ਤਾਂ ਨੂੰ ਮੂੰਹ ਕਰਕੇ ਪੌੜੀ ਚੜ੍ਹਿਆ ਜਾ ਸਕਦਾ ਨਹੀਂ, ਪੌੜੀ ਚੜ੍ਹਨ ਵਾਸਤੇ ਮੂੰਹ ਥੱਲੇ ਹੀ ਰੱਖਣਾ ਪਵੇਗਾ, ਨਹੀਂ ਤੇ ਉਹ ਕਿਸੇ ਵੇਲੇ ਵੀ ਬੰਦਾ ਧੋਖਾ ਖਾ ਸਕਦਾ ਹੈ। ਤੁਰਨ ਵਾਸਤੇ ਵੀ ਇਹੀ ਨਿਯਮ ਹੈ, ਮੂੰਹ ਚੁੱਕ ਕੇ ਤੁਰੋਗੇ ਤਾਂ ਫਿਰ ਮਹਾਭਾਰਤ ਹੀ ਬਣੇਗੀ। ਫਿਰ ਅਗਲੇ ਕਹਿਣਗੇ ਭਾਈ ਅੰਧੇ ਕਾਂਦਾ। ਅਗਰ ਮੂੰਹ ਥੱਲੇ ਕਰਕੇ ਤੁਰੀਏ, ਤੁਸੀਂ ਦੁਨੀਆ ਦੀ ਵੇਖ ਲਓ, ਜਿੰਨੇ ਅੱਜ ਵਹੀਕਲ ਨੇ, ਗੱਡੀਆਂ ਨੇ ਜਿਹੜੀਆਂ ਉਹਨਾਂ ਦੇ ਅੱਗੇ ਲਾਈਟਾਂ ਲੱਗਦੀਆਂ ਨੇ, ਉਹਦਾ ਨਿਯਮ ਇਹ ਹੈ ਕਿ ਕੁਝ ਦੂਰੀ ਤੇ ਜਾ ਕੇ ਉਹ ਲਾਈਟ ਜਿਹੜੀ ਉਹ ਫਿਰ ਧਰਤੀ ਨੂੰ ਟੱਚ ਕਰਦੀ ਹੈ। ਤਾਂ ਨੂੰ ਲਾਈਟਾਂ ਕਰਕੇ ਕੋਈ ਗੱਡੀ ਅੱਜ ਤੱਕ ਬੰਦੇ ਨੇ ਨਹੀਂ ਬਣਾਈ। ਬੰਦੇ ਨੇ ਵੀ ਕੁਦਰਤ ਦੇ ਨਿਯਮ ਨੂੰ ਫਾਲੋ ਕੀਤਾ, ਮੰਨਿਆ ਆਪਣੀ ਜ਼ਿੰਦਗੀ ਵਿੱਚ। ਤੋ ਦਰਖਤ ਜਿਹੜੇ ਨੇ ਉਹ ਝੁਕ ਜਾਂਦੇ ਨੇ ਧਰਤੀ ਵੱਲ। ਇਸੇ ਕਰਕੇ ਸਤਿਗੁਰੂ ਕਹਿੰਦੇ, ਬੰਦਿਆ ਜੇ ਤੈਨੂੰ ਰੱਬ ਕੁਝ ਦੇਵੇ ਤੇ ਤੈਨੂੰ ਰੱਬ ਵੱਲ ਝੁਕਣਾ ਚਾਹੀਦਾ। ਫਿਰ ਆਪਾਂ ਮੜੀਆਂ ਮਸਾਣੀਆਂ ਵੱਲ ਝੁਕ ਜਾਂਦੇ ਹਾਂ। ਫਿਰ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ। ਫਿਰ ਅਸੀਂ ਆਪਣੇ ਹੰਕਾਰ ਵਿੱਚ ਭਰ ਜਾਂਦੇ ਹਾਂ। ਜਬ ਕਿਛ ਪਾਵੈ ਤਬ ਗਰਭ ਕਰਤ ਹੈ। ਇਹ 'ਚ ਹੰਕਾਰ ਵਾਲੀ ਕਿਹੜੀ ਗੱਲ ਹੈ ਭਾਈ?
ਸੱਚ ਤੇ ਇਹ ਹੈ ਵੀ ਜੇ ਮਾਪਿਓ ਹੀ ਨਾ ਹੁੰਦਾ ਤੇ ਕੁਝ ਵੀ ਨਹੀਂ ਸੀ ਹੋਣਾ। ਅਗਰ ਅੱਜ ਆਦਮੀ ਕਵੇ ਮੈਂ ਸਭ ਕੁਝ ਆਪਣੇ ਆਪ ਤੋਂ ਆ, ਭਾਈ ਆਪਣੇ ਆਪ ਤੋਂ ਹੁੰਨੋ ਤੇ ਫਿਰ ਮਾਂ-ਬਾਪ ਦੀ ਕੀ ਲੋੜ ਸੀ? ਤੂੰ ਆਪਣੇ ਆਪ ਤੋਂ ਤਾਂ ਤੇਰੀ ਸਮਰੱਥਾ ਹੀ ਨਹੀਂ ਹੈ, ਤੇਰੇ ਹੋਣ ਵਾਸਤੇ ਵੀ ਮਾਂ-ਪਿਓ ਚਾਹੀਦਾ, ਫਿਰ ਤੇਰੇ ਵਧਣ ਫੁੱਲਣ ਵਾਸਤੇ ਵੀ ਪ੍ਰਮਾਤਮਾ ਚਾਹੀਦਾ। ਤੋ ਦਰਖਤਾਂ ਤੋਂ ਸਿੱਖਣ ਦੀ ਲੋੜ ਹੈ। ਵੇਖੋ ਕਿੰਨੀਆਂ ਉਦਾਹਰਨਾਂ ਨੇ। ਦਰਵੇਸ਼ਾਂ ਨੂੰ ਲੋੜ ਹੀ ਹੈ ਰੁੱਖਾਂ ਦੀ ਜਿਰਾਂਦ। ਦਰਵੇਸ਼ ਬਣ ਜਾਣਾ ਕੋਈ ਵੱਡੀ ਗੱਲ ਨਹੀਂ ਹੈ, ਕੋਈ ਫਕੀਰ ਬਣ ਜਾਏ, ਕੋਈ ਸਾਧੂ ਬਣ ਜਾਏ। ਭਾਵੇਂ ਤੁਸੀਂ ਵੇਖਿਆ ਹੋਣਾ ਸਾਧੂ ਉੱਦਾਂ ਹੀ ਲੋਕਾਂ ਦੇ ਉੱਡ ਉੱਡ ਕੇ ਗਲ ਪਈ ਜਾਂਦੇ ਨੇ। ਕਹਿੰਦੇ ਜੇ ਦਰਵੇਸ਼ ਬਣ ਗਿਆ ਤੇ ਜਾਂ ਕਿਸੇ ਦਰਖਤ ਕੋਲੋਂ, ਕਿਸੇ ਬ੍ਰਿਕਸ਼ ਕੋਲੋਂ, ਕਿਸੇ ਪੇੜ ਪੌਦੇ ਦੇ ਕੋਲੋਂ ਜਿਰਾਂਦ ਵੀ ਲੈ ਕੇ ਆ, ਜਰਨ ਸ਼ਕਤੀ। ਕਿਉਂਕਿ ਤੈਨੂੰ ਖਲੋਤਾ ਵੇਖ ਕੇ ਕੋਈ ਵੀ ਆਦਮੀ ਤੇਰੀ ਛਾਂ ਲੈਣ ਆ ਸਕਦਾ ਹੈ। ਧੁੱਪ ਹੋਵੇਗੀ, ਉਹਨੇ ਤੇਰੀ ਜਾਤ ਨਹੀਂ ਪੁੱਛਣੀ, ਉਹਨੇ ਆ ਕੇ ਤੇਰੇ ਥੱਲੇ ਖੜੇ ਹੋ ਜਾਣਾ ਹੈ। ਖੜਾ ਵੀ ਹੋ ਸਕਦਾ, ਲੰਮਾ ਵੀ ਪੈ ਸਕਦਾ ਆਪਣਾ ਥਕੇਵਾਂ ਉਤਾਰਨ ਲਈ। ਤੇ ਜੇ ਉਹਨੂੰ ਥੱਲੇ ਖਲੋਤੇ ਨੂੰ, ਲੰਮੇ ਪੈ ਲੇਟੇ ਨੂੰ ਉੱਪਰ ਫਲ ਦਿਸ ਗਿਆ ਤੇ ਉਹ ਭਾਈ ਕੋਈ ਇੱਟ ਪੱਥਰ ਵੀ ਮਾਰ ਸਕਦਾ, ਕੋਈ ਸੋਟੀ ਮਾਰ ਕੇ ਤੇਰਾ ਫਲ ਵੀ ਤੋੜ ਸਕਦਾ। ਫਿਰ ਇਹ ਵੀ ਹੋ ਸਕਦਾ ਹੈ ਕਿ ਕੋਈ ਤੇਰੀਆਂ ਸੁੰਦਰ ਸ਼ਿਖਾਵਾਂ ਵੇਖ ਕੇ ਅਗਲੇ ਦਿਨ ਕੁਹਾੜਾ ਆਰੀ ਲੈ ਕੇ ਵੱਢਣ ਆ ਜਾਏ ਵੀ ਚਲੋ ਇਹਦੇ ਦਰਵਾਜ਼ੇ ਬਣਾਵਾਂਗੇ, ਇਹਦੀਆਂ ਬੂਹੇ ਬਾਰੀਆਂ ਬਣਾਵਾਂਗੇ, ਇਹਦੇ ਮੰਜਿਆਂ ਦੇ ਪਾਵੇ ਤੇ ਹੀਆਂ ਬਣਾਵਾਂਗੇ, ਇਹਨਾਂ ਦੇ ਕੋਈ ਖੇਤੀਬਾੜੀ ਦੇ ਸੰਦ ਬਣਾਵਾਂਗੇ। ਇਹ ਵੀ ਹੋ ਸਕਦਾ ਹੈ। ਇਸ ਤੋਂ ਅਗਲੀ ਵੀ ਗੱਲ ਹੈ, ਕੋਈ ਇਸ ਤੋਂ ਹੋਰ ਵੀ ਕੋਈ ਨਿਖੇਧ ਸੋਚ ਵਾਲਾ ਵੀ ਹੋ ਸਕਦਾ ਜਿਹੜਾ ਕਵੇ ਵੀ ਬੱਲੇ 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 ਬੜਾ ਸ਼ੌਰਾ ਇਹਦਾ ਬਈ। ਜੇ ਇਹਨੂੰ ਛਾਂਗ ਲਿਆ ਜਾਏ ਤੇ ਸਾਲ ਦਾ ਤੇ ਬਾਲਣ ਹੀ ਬਣ ਸਕਦਾ। ਰੁੱਖਾਂ ਦੀ ਜਿਰਾਂਦ ਚਾਹੀਦੀ ਹੈ। ਭਾਵ ਇਹ ਹੈ ਕਿ ਜੇ ਤੁਸੀਂ ਰੁੱਖ ਵਰਗੇ ਬਣ ਜਾਓ, ਕਿਸੇ ਨੂੰ ਛਾਂ ਦੇਣ ਜੋਗੇ ਹੋ ਜਾਓ, ਕਿਸੇ ਨੂੰ ਫਲ ਦੇਣ ਜੋਗੇ ਹੋ ਜਾਓ, ਕਿਸੇ ਦੇ ਪੇਟ ਦੀ ਅੱਗ ਬੁਝਾਉਣ ਵਾਸਤੇ ਕੋਈ ਚੁੱਲ੍ਹੇ ਦਾ ਬਾਲਣ ਬਣਨ ਜੋਗੇ ਹੋ ਜਾਓ, ਤਾਂ ਫਿਰ ਭਾਈ ਦੁਨੀਆ ਤੇ ਕੁਹਾੜੇ ਲੈ ਕੇ ਆ ਜਾਏਗੀ ਤੁਹਾਡੇ ਕੋਲੇ। ਤੇ ਕੀ ਫਿਰ ਤੁਸੀਂ ਉਹਨਾਂ ਨੂੰ ਪਾਲ ਸਕੋਗੇ? ਕਈ ਵਾਰੀ ਅਸੀਂ ਸੋਚਦੇ ਆ ਉਹ ਜੀ ਸਾਡੇ ਘਰ ਤੇ ਹਰ ਬੰਦਾ ਮੂੰਹ ਚੁੱਕ ਕੇ ਆ ਜਾਂਦਾ ਹੈ। ਇਸ ਕਰਕੇ ਆਉਂਦਾ ਵੀ ਤੁਹਾਡਾ ਘਰ ਭਰਿਆ ਹੋਇਆ ਹੈ। ਜੇ ਤੁਹਾਡੇ ਘਰ ਭੰਗ ਭੁੱਜਦੀ ਹੋਵੇ ਤੇ ਚੂਹੇ ਵੀ ਨਾ ਹੋਣ। ਕਿਸੇ ਭੁੱਖੇ ਨੰਗੇ ਘਰ 'ਚ ਚੋਰ ਆ ਗਏ। ਹੁਣ ਘਰ ਵਾਲੇ ਨੂੰ ਕਹਿੰਦੀ ਹੈ, ਕਹਿੰਦੀ ਮੈਨੂੰ ਚੋਰ ਲੱਗਦੇ ਨੇ। ਕਹਿੰਦਾ ਕਮਲੀਏ ਸਾਡੇ ਘਰ ਤੇ ਸਾਨੂੰ ਦਿਨੇ ਕੁਝ ਨਹੀਂ ਲੱਭਦਾ, ਜਿਹੜੇ ਚੋਰ ਆਏ ਨੇ ਇਹਨਾਂ ਨੂੰ ਰਾਤ ਨੂੰ ਕੀ ਲੱਭਣਾ? ਆਪੇ ਮੁੜ ਜਾਣਗੇ ਡੱਬਿਆਂ ਡੁੱਬਿਆਂ 'ਚ ਹੱਥ ਪਾ ਕੇ, ਕੀ ਕਰਨਗੇ ਇੱਥੇ ਆ ਕੇ? ਅਗਰ ਰੱਬ ਨੇ ਤੁਹਾਨੂੰ ਕੁਝ ਦਿੱਤਾ ਹੋਏਗਾ ਤਾਂ ਦੁਨੀਆ ਤੁਹਾਡੇ ਤੋਂ ਆਸ ਵੀ ਕਰੇਗੀ। ਜੇ ਆਸ ਕਰੇਗੀ ਤਾਂ ਕੀ ਤੁਸੀਂ ਉਹਨਾਂ ਦੀ ਆਸ ਪੂਰੀ ਕਰਨ ਜੋਗੇ ਹੋਵੋਗੇ? ਜੇ ਨਹੀਂ ਹੋਵੋਗੇ ਤੇ ਤੁਸੀਂ ਸੰਤ ਨਹੀਂ ਹੋ ਸਕਦੇ। ਇੱਥੇ ਇਹ ਦਰਖਤ ਸਨ, ਬੜੇ ਫਲਦਾਰ ਸਨ, ਮਿੱਠੇ ਸਨ, ਝੁਕ ਝੁਕ ਕੇ ਵਾਪਸ ਧਰਤੀ ਦੇ ਨਾਲ ਲੱਗ ਚੁੱਕੇ ਨੇ। ਤੇ ਕਵੀ ਜੀ ਕਹਿੰਦੇ ਇਸ ਦਾ ਅਰਥ ਕੀ ਹੈ ਕਿ ਮਨੋ ਅਥਿਤ ਜੋ ਆਵਤ ਪਾਸਾ ਦੇਣੇ ਹੇਤ ਝੁਕੇ ਫਲ ਰਾਸਾ। ਅਸਲ ਵਿੱਚ ਇਹ ਉਡੀਕਦੇ ਨੇ ਕੋਈ ਅਤਿਥੀ ਆਵੇ, ਕੋਈ ਮਹਿਮਾਨ ਆਵੇ ਤੇ ਸਾਡੇ ਫਲ ਖਾਵੇ, ਤੇ ਨਹੀਂ ਚਾਹੁੰਦੇ ਕਿ ਸਾਡੇ ਕੋਲ ਆਏ ਮਹਿਮਾਨ ਨੂੰ ਕੋਈ ਤਕਲੀਫ ਹੋਵੇ, ਕਿ ਫਲ ਤੋੜਨ ਵਾਸਤੇ ਉਹਨੂੰ ਕੋਈ ਪੌੜੀ ਲੱਭਣੀ ਪਵੇ, ਕੋਈ ਪੱਥਰ ਮਾਰਨੇ ਪੈਣ, ਕੋਈ ਲੰਬੇ, ਕੋਈ ਡੰਡੇ, ਕੋਈ ਢਾਂਗੇ ਲੱਭਣੇ ਪੈਣ ਉਹਨੂੰ, ਕਿ ਫਲ ਕਿਵੇਂ ਤੋੜਨਾ ਹੈ। ਨਹੀਂ, ਇਹ ਫਲ ਇੰਨੇ ਝੁਕ ਚੁੱਕੇ ਨੇ, ਕੋਈ ਆਵੇ ਤੇ ਬੜੇ ਆਰਾਮ ਨਾਲ ਤੋੜ ਕੇ ਸਾਨੂੰ ਖਾ ਸਕਦਾ। ਹਾਂਜੀ। ਉਪਕਾਰੀ ਜੋ ਪੁਰਖ ਹੈ
ਸਿੱਖਿਆ ਤੇ ਜਨ ਦੇਤ। ਜਿਹੜੇ ਪਰ ਉਪਕਾਰੀ ਲੋਕ ਹੁੰਦੇ ਨੇ ਉਹਨਾਂ ਨੂੰ ਇਹ ਦਰਖਤ ਵੀ ਸਿੱਖਿਆ ਦਿੰਦੇ ਨੇ। ਦੇਖੋ, ਜੇ ਤੁਸੀਂ ਰੱਬ ਕੋਲੋਂ ਕੁਝ ਮੰਗਦੇ ਹੋ ਨਾ ਤੇ ਇਹ ਚੇਤਾ ਰੱਖਣਾ, ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇਂ ਆਸ ਕਰ ਚਾਹੇ ਨਿਰਾਸੇ ਕਿਤ। ਹੁਣ ਨਿਰਾਸੇ ਕਿਤ ਵਾਲੀ ਅੱਧੀ ਪੰਕਤੀ ਛੱਡ ਦਿਓ, ਪਹਿਲੀ ਪੰਕਤੀ ਅੱਜ ਦੀ ਕਥਾ ਨਾਲ ਸੰਬੰਧਿਤ ਹੈ। ਅਗਰ ਤੁਸੀਂ ਉੱਚੇ ਲੰਬੇ ਹੋ ਤੇ ਭਾਈ ਕੋਈ ਨਾ ਕੋਈ ਆਸ ਕਰਕੇ ਤੇ ਤੁਹਾਡੇ ਕੋਲ ਆਏਗਾ ਨਾ, ਕਿ ਚਲੋ ਇੱਥੋਂ ਮੇਰੀ ਭੁੱਖ ਮਿਟ ਜਾਏਗੀ, ਇੱਥੋਂ ਕੋਈ ਮੇਰਾ ਨੌਕਰੀ ਦਾ ਕੰਮ ਹੋ ਜਾਏਗਾ, ਇੱਥੋਂ ਕੋਈ ਮੈਨੂੰ 2 ਪੈਸੇ ਉਧਾਰੇ ਮਿਲ ਜਾਣਗੇ, ਇੱਥੋਂ ਕੋਈ ਮੈਨੂੰ ਮੇਰੀ ਮਦਦ ਹੋ ਜਾਏਗੀ, ਤਾਂ ਹੀ ਲੋਕ ਆਉਣਗੇ ਤੁਹਾਡੇ ਕੋਲ। ਇਹ ਦਰਖਤ ਕਹਿੰਦੇ ਨੇ ਕਿ ਸਾਡੇ ਵੱਲ ਵੇਖੋ, ਸਾਡੇ ਤੋਂ ਸਿੱਖੋ ਕਿ ਪਰ ਉਪਕਾਰੀ ਜੋ ਪੁਰਖ ਹੈ ਸਿੱਖਿਆ ਤਹਿ ਜਨ ਦੇਤ। ਇਹ ਸੰਸਾਰ ਨੂੰ ਇੱਕ ਸਿੱਖਿਆ ਦਿੰਦੇ ਨੇ ਭਾਈ। ਹਾਂਜੀ, ਕਰ ਉਪਕਾਰ ਸੋ ਨਿਵ ਚਲੋ, ਦੀਨ ਦੁਨੀ ਸੁਖ ਹੇਤ। ਬ੍ਰਿਕਸ਼ ਕਹਿੰਦੇ ਨੇ ਪਰ ਉਪਕਾਰ ਵੀ ਕਰੋ ਤੇ ਨੀਵੇਂ ਹੋ ਕੇ ਚੱਲੋ। ਜਿੰਨਾ ਨਿਮ ਕੇ ਚੱਲੋਗੇ ਉਹਨਾਂ ਲੰਬਾ ਸਮਾਂ ਕੱਢ ਜਾਓਗੇ। ਤੁਸੀਂ ਕਦੇ ਵੇਖਿਓ ਝੱਖੜਾਂ ਦੇ ਵਕਤ ਜਿਹੜੇ ਦਰਖਤ ਪੁੱਟੇ ਜਾਂਦੇ ਨੇ ਉੱਚੇ ਹੁੰਦੇ ਨੇ, ਬਹੁਤ ਛੋਟੇ ਨੀਵੇਂ ਦਰਖਤ ਅਕਸਰ ਨਹੀਂ ਪੁੱਟੇ ਜਾਂਦੇ। ਵੱਡੇ ਵੱਡੀਆਂ ਝੱਖੜ ਹਨੇਰੀਆਂ ਵਿੱਚ ਵੱਡੇ ਵੱਡੇ ਜੰਗਲ ਪੁੱਟੇ ਜਾਂਦੇ ਨੇ। ਧਰਤੀ ਤੇ ਵਿਛੀਆਂ ਹੋਈਆਂ ਵੇਲਾਂ ਨੂੰ ਕੁਝ ਵੀ ਨਹੀਂ ਹੁੰਦਾ, ਨਿੱਕੇ ਪੌਦਿਆਂ ਨੂੰ ਕੁਝ ਵੀ ਨਹੀਂ ਹੁੰਦਾ। ਜਿਹੜੀ ਬਾਬਾ ਬੁੱਢਾ ਸਾਹਿਬ ਜੀ ਦੀ ਸਾਖੀ ਹੈ ਉਹਦੇ ਵਿੱਚ ਇਸ ਗੱਲ ਨੂੰ ਸਮਝਾਇਆ ਗਿਆ ਹੈ, ਪਰ ਉਹ ਇਹਦਾ ਇੱਕ ਦੂਸਰਾ ਪੱਖ ਸੀ ਕਿ ਜਦੋਂ ਉਹਨਾਂ ਨੇ ਬਾਬੇ ਨਾਨਕ ਨੂੰ ਕਿਹਾ ਸੀ ਵੀ ਮੈਂ ਆਪਣੇ ਘਰ ਵੇਖਦਾ ਆਪਣੀ ਮਾਂ ਨੂੰ ਜਦੋਂ ਚੁੱਲ੍ਹੇ 'ਚ ਅੱਗ ਬਾਲਦੀ ਹੈ ਤੇ ਵੱਡੀਆਂ ਲੱਕੜੀਆਂ ਨੂੰ ਅੱਗ ਮਗਰੋਂ ਲੱਗਦੀ ਹੈ ਤੇ ਛੋਟੇ ਛੋਟੇ ਤੀਲਿਆਂ ਨੂੰ ਅੱਗ ਪਹਿਲਾਂ ਲੱਗ ਜਾਂਦੀ ਹੈ, ਤੇ ਤਾਂ ਹੀ ਮੈਂ ਤੁਹਾਨੂੰ ਕਿਹਾ ਵੀ ਮੈਨੂੰ ਮੌਤ ਤੋਂ ਡਰ ਲੱਗਦਾ। ਹੁਣ ਇਹ ਇੱਕ ਪੱਖ ਨੂੰ ਛੱਡ ਦਿਓ, ਬਾਕੀ ਹਰ ਥਾਂ ਤੇ ਜਿਹੜਾ ਨੀਵਾਂ ਹੈ, ਛੋਟਾ ਹੈ, ਉਹ ਹਮੇਸ਼ਾ ਸੁਖੀ ਰਹਿੰਦਾ ਹੈ। ਤੋ ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਪਰ ਉਪਕਾਰ ਸੋ ਨਿਵ ਚਲੋ, ਦੀਨ ਦੁਨੀ ਸੁਖ ਦੇਤ। ਪਰ ਉਪਕਾਰ ਕਰੋ, ਨੀਵੇਂ ਹੋ ਕੇ ਚੱਲੋ, ਦੀਨ ਵਿੱਚ ਦੁਨੀਆ ਦੇ ਵਿੱਚ ਤੁਹਾਨੂੰ ਸੁਖ ਪ੍ਰਾਪਤ ਹੋਣਗੇ। ਹਾਂਜੀ, ਸੀਤਲ ਬਿਮਲੰ ਨੌਰਾ ਨੀਰੰ, ਮਾਰਗ ਸ਼ਰਮ ਕੀ ਖੋਵਤ ਪੀਰੰ। ਇੱਥੇ ਫਲ ਬੜੇ ਸੁੰਦਰ ਸੀ, ਦਰਖਤ ਬੜੇ ਸੁੰਦਰ ਸੀ, ਫੁੱਲ ਬੜੇ ਸੁੰਦਰ ਸੀ, ਇੱਥੋਂ ਦਾ ਪਾਣੀ ਬੜਾ ਸੀਤਲ ਹੈ। ਪਾਣੀ ਜਿਹੜਾ ਹੈ, ਠੀਕ ਹੈ ਆਪਾਂ ਕਹਿੰਦੇ ਹਾਂ ਕਿ ਪਾਣੀ ਗਰਮ ਕਰਕੇ ਪੀਣਾ ਚਾਹੀਦਾ ਹੈ, ਪਰ ਕੀ ਆਪ ਜੀ ਨੂੰ ਪਤਾ ਹੈ ਕਿ ਜੇ ਪਾਣੀ ਠੰਡਾ ਰਵੇ ਤੇ ਪਾਣੀ ਜੀਵਨ ਵਿੱਚ ਬਹੁਤ ਗੁਣਕਾਰੀ ਹੈ। ਸ਼ਾਇਦ ਇਸੇ ਕਰਕੇ ਪਰਮਾਤਮਾ ਨੇ ਪਾਣੀ 'ਚ ਹੀ ਬਰਫ਼ ਬਣਾਈ ਹੈ, ਅੱਗ ਵਿੱਚ ਬਰਫ਼ ਨਹੀਂ ਬਣਾਈ। ਜਿੰਨੇ ਲਿਕੁਇਡ ਨੇ ਜਾਂ ਦੁਨੀਆ ਦੇ ਜਿੰਨੇ ਪਦਾਰਥ ਨੇ, ਜੇ ਉਹਨਾਂ ਨੂੰ ਲੰਬਾ ਸਮਾਂ ਅਸੀਂ ਸੁਰੱਖਿਅਤ ਰੱਖਣਾ ਹੋਵੇ ਤੇ ਕੀ ਕਰਦੇ? ਕਿਸੇ ਠੰਡੀ ਥਾਂ ਤੇ ਲੈ ਕੇ ਜਾਂਦੇ ਹਾਂ। ਠੰਡ ਜਿਹੜੀ ਇਸ ਗੱਲ ਨੂੰ ਪ੍ਰਜਰਵ ਕਰਦੀ ਹੈ ਕਿ ਚੀਜ਼ ਖਰਾਬ ਨਹੀਂ ਹੋਏਗੀ। ਪਾਣੀ ਇਹ ਠੀਕ ਹੈ, ਵੇਖੋ ਹਾਲਾਂਕਿ ਮੇਰਾ ਆਪਣਾ ਟੈਂਪਰੇਚਰ ਇੱਦਾਂ ਦਾ ਹੈ ਬੋਡੀ ਦਾ ਕਿ ਮੈਂ ਠੰਡਾ ਪਾਣੀ ਪੀ ਨਹੀਂ ਸਕਦਾ। ਪਤਾ ਨਹੀਂ ਕਿੰਨੇ ਸਾਲ ਹੋ ਗਏ ਹੋਣੇ ਕਦੇ ਫਰਿੱਜ ਦਾ ਪਾਣੀ ਪੀਤਿਆ। ਇਹ ਠੀਕ ਹੈ ਵੀ ਕਦੇ ਕੋਈ ਫਾਸਟ ਫੂਡ ਖਾਓ ਤੇ ਉਹਦੇ ਨਾਲ ਕੋਈ ਠੰਡਾ ਕੋਈ ਸੌਫਟ ਡਰਿੰਕ ਲੈ ਲਓ ਤੁਸੀਂ, ਵੱਖਰੀ ਗੱਲ ਹੈ। ਨਹੀਂ ਤੇ ਅਮੂਮਨ ਮੈਂ ਠੰਡੀ, ਖਾਸ ਕਰਕੇ ਠੰਡਾ ਪਾਣੀ ਮੈਂ ਨਹੀਂ ਪੀਂਦਾ। ਪਰ ਗੋਰਿਆਂ ਨੂੰ ਵੇਖਿਓ ਪਾਣੀ 'ਚ ਵੀ ਬਰਫ਼ ਪਾ ਕੇ ਪੀਂਦੇ ਨੇ।
ਉਹ ਪਾਣੀ ਦੇ ਵਿੱਚ ਫਿਰ ਬਰਫ਼ ਪਾਉਂਦੇ ਨੇ। ਉਹ ਕੋਈ ਦੁਨੀਆ ਦਾ ਜਿਹੜਾ ਜੂਸ ਹੈ, ਜਿਹੜਾ ਡੱਬਾ ਬੰਦ ਹੈ, ਅਗਰ ਉਹ ਫਰੀਜ਼ਰ ਵਿੱਚ ਨਹੀਂ ਹੈ ਤਾਂ ਕਹਿੰਦੇ ਨੇ ਸੁੱਟ ਦਿਓ ਇਹਨੂੰ, ਇਹ ਖਰਾਬ ਹੋ ਗਿਆ। ਆ ਜਿਹੜੀਆਂ ਬਿਸਲਰੀ ਦੀਆਂ ਬੋਤਲਾਂ ਸੀ ਢਾਬਿਆਂ 'ਤੇ ਵੇਹਨੇ ਬਾਹਰ ਓਪਨ ਪਈਆਂ ਹੋਈਆਂ ਨੇ, ਉਹ ਤਾਂ ਕਹਿੰਦੇ ਪਲਾਸਟਿਕ ਜਿਹੜਾ ਇਹ ਬਿਲਕੁਲ ਜ਼ਹਿਰ ਹੈ, ਇਹਦੇ ਵਿੱਚ ਕੋਈ ਚੀਜ਼ ਗਰਮ ਹੀ ਨਹੀਂ ਕਰਨੀ ਚਾਹੀਦੀ। ਇੱਥੇ ਬੋਤਲ ਹੀ 45 ਡਿਗਰੀ 'ਚ ਪਈ ਹੁੰਦੀ ਹੈ। ਮਤਲਬ ਪਾਣੀ ਨੂੰ ਗਰਮ ਕਰਕੇ ਪੀਣਾ ਹੋਰ ਚੀਜ਼ ਹੈ, ਪਰ ਪਾਣੀ ਨੂੰ 24 ਘੰਟੇ ਗਰਮੀ ਥਾਂ ਵਾਲੀ ਥਾਂ 'ਤੇ ਰੱਖ ਛੱਡਣਾ, ਜੇ ਆਪਾਂ ਕਹੀਏ ਵੀ ਇਹਦੀ ਲਾਈਫ ਲੰਬੀ ਹੋ ਜਾਏਗੀ, ਨਹੀਂ, ਉਹ ਪਾਣੀ ਬੜੀ ਛੇਤੀ ਖਰਾਬ ਹੋ ਜਾਏਗਾ। ਪਰ ਜੇ ਉਹਨੂੰ ਤੁਸੀਂ ਬਰਫ਼ ਵਾਂਗ ਕਰ ਲਓ ਤੇ ਭਾਵੇਂ ਤੁਸੀਂ ਉਹਨੂੰ ਜਿੰਨੇ ਮਰਜ਼ੀ ਸਾਲ ਰੱਖ ਲਓ, ਪਤਾ ਨਹੀਂ ਰੱਬ ਨੇ ਕਦੋਂ ਗਲੇਸ਼ੀਅਰ ਉੱਥੇ ਰੱਖੇ ਨੇ। ਮੈਂ ਤਾਂ ਕਈ ਵਾਰ ਇਹ ਵੀ ਬੇਨਤੀ ਕੀਤੀ ਵੀ ਅੱਜ ਜਿੰਨਾ ਗਿਆਨ ਵਿਗਿਆਨ, ਉਹ ਕਹਿੰਦੇ ਜੀ ਗਲੇਸ਼ੀਅਰ ਪਿਘਲ ਰਹੇ ਨੇ, ਗਲੋਬਲ ਵਾਰਮਿੰਗ ਦਾ ਮਸਲਾ ਖੜਾ ਹੋ ਜਾਏਗਾ। ਪੁੱਛੋ ਵੀ ਤੁਹਾਡਾ ਪਿਓ ਰੱਖ ਕੇ ਆਇਆ ਸੀ ਉੱਥੇ ਬਰਫ਼ ਦੇ ਡੱਬੇ, ਜਿਹਨੇ ਪਹਿਲਾਂ ਰੱਖੇ ਨੇ ਫੇਰ ਰੱਖ ਦੂਗਾ, ਉਹਨੂੰ ਕੀ ਫਰਕ ਪੈਂਦਾ। ਰੱਬ ਨੂੰ ਮੰਨੀਏ ਆਪਾਂ, ਸਾਡੀ ਅਕਲ ਨੇ ਨਾ ਬਹੁਤ ਇਸ ਗੱਲ ਦੇ ਵਿੱਚ ਸਾਨੂੰ ਤਕਲੀਫ ਦਿੱਤੀ ਹੋਈ ਹੈ। ਮੈਂ ਤਾਂ ਇੱਥੇ ਰੋਜ਼ ਬੇਨਤੀ ਕਰਦਾ ਵੀ ਇਹ ਗੱਲ ਕਿਤੇ ਮੰਨਦੀ ਕੋਈ ਸਾਇੰਸ, ਕੋਈ ਗਿਆਨ ਵਿਗਿਆਨ ਮੰਨਦਾ ਹੈ ਕਿ ਬਿਨਾਂ ਸਵਾਸਾਂ ਤੋਂ ਬੰਦਾ ਰਹਿ ਸਕਦਾ ਹੈ? ਪਰ ਗੁਰਬਾਣੀ ਮੰਨਦੀ ਹੈ, ਪ੍ਰਭ ਭਾਵੇ ਬਿਨ ਸਾਸ ਤੇ ਰੱਖੇ। ਆ ਹੁਣ ਵੀ ਉੱਤਰਾਖੰਡ ਵਿੱਚ ਆਪਦਾ ਆਈ ਹੈ, ਕਈ ਨਿਊਜ਼ ਆਉਣਗੀਆਂ, ਇੰਨੇ ਦਿਨਾਂ ਬਾਅਦ ਬੱਚਾ ਮਿਲਿਆ, ਇੰਨੇ ਦਿਨਾਂ ਬਾਅਦ ਕੋਈ ਪਹਾੜ ਦੇ ਥੱਲਿਓਂ ਕੋਈ ਬੰਦਾ ਮਿਲਿਆ, ਕਹਿੰਦੇ ਜਿਉਂਦਾ ਸੀ ਉਹ, ਕਿਵੇਂ ਬਚ ਗਿਆ ਭਾਈ? ਮੈਂ ਤਾਂ ਕਿਧਰ ਬੈਠਾ ਬੈਠਾ ਸੋਚ ਰਿਹਾ ਸੀ ਵੀ ਰੱਬ ਦੀ ਬੇਹੋਸ਼ ਕਰਨ ਦੀ ਜਿਹੜੀ ਹੈ ਇਹ ਕਿੱਡੀ ਵੱਡੀ ਕਲਾ ਹੈ। ਹੁਣ ਮੈਨੂੰ ਸੱਟ ਲੱਗੀ, ਜੇ ਮੈਂ ਬੇਹੋਸ਼ ਨਾ ਆਵਾਂ ਮੈਂ ਤਾਂ ਤੜਫਦਾ ਹੀ ਰਹੂੰਗਾ। ਕਿੱਡੀ ਵਧੀਆ ਰੱਬ ਦੀ ਗੱਲ ਹੈ, ਬੰਦਾ ਇਹਨੂੰ ਸੱਟ ਲੱਗੀ, ਬੰਦਾ ਬੇਹੋਸ਼ ਹੋ ਗਿਆ, 20 ਘੰਟੇ 30 ਘੰਟੇ ਅਨਕੌਂਸ਼ੀਅਸ ਪਿਆ ਹੈ। ਠੀਕ ਹੈ, ਉਹਨੂੰ ਸੱਟ ਤੇ ਸੱਟ ਹੀ ਰਹੇਗੀ, ਪਰ ਉਹਨੂੰ ਸੱਟ ਦੀ ਤਕਲੀਫ ਤਾਂ ਕੋਈ ਨਹੀਂ ਹੈ, ਫੀਲਿੰਗ ਤਾਂ ਕੋਈ ਨਹੀਂ ਹੈ। ਦੇਖੋ ਰੱਬ ਕੈਸੀ ਉਹਦੀ ਮਦਦ ਕਰਦਾ ਹੈ। ਡਾਕਟਰ ਵੀ ਤਾਂ ਬੇਹੋਸ਼ੀ ਕਰਦੇ ਨੇ, ਜਾਂ ਫਿਰ ਸੁੰਨ ਕਰਨ ਵਾਸਤੇ ਉਹਦੇ ਲਈ ਉਹਨੂੰ ਪੇਨ ਕਿਲਰ ਦਿੰਦੇ ਨੇ। ਉਹ ਕੀ ਨੇ? ਉਹਦੇ ਨਾਲ ਕੋਈ ਜ਼ਖਮ ਠੀਕ ਹੁੰਦਾ ਹੈ? ਨਹੀਂ, ਉਹਦੇ ਨਾਲ ਉਹ ਜਗ੍ਹਾ ਤੁਹਾਡੀ ਜਿਹੜੀ ਹੈ ਉਹ ਸੁੰਨ ਹੋ ਜਾਂਦੀ ਹੈ। ਰੱਬ ਨੇ ਉਹਨੂੰ ਆਪਣੇ ਸਿਸਟਮ ਦੇ ਵਿੱਚ ਰੱਖਿਆ ਹੋਇਆ ਪਹਿਲਾਂ। ਇੱਥੇ ਪਾਣੀ ਠੰਡਾ ਹੈ, ਕਦੇ ਵੀ ਤੁਹਾਨੂੰ ਗਰਮ ਪਾਣੀ ਦੀ ਵਡਿਆਈ ਕਿਤੇ ਨਹੀਂ ਮਿਲੇਗੀ। ਇਹ ਠੀਕ ਹੈ, ਪਾਣੀ ਗਰਮ ਕਰਕੇ ਤੁਸੀਂ ਨਹਾ ਸਕਦੇ ਹੋ, ਪੀ ਸਕਦੇ ਹੋ, ਪਰ ਜੇ ਲੌਂਗ ਰਨ ਤੁਸੀਂ ਜਾਓਗੇ, ਇਹ ਆਪਣੇ ਆਪ 'ਚ ਬਿਮਾਰੀ ਹੈ। ਹੁਣ ਕਈ ਮੇਰੇ ਵਰਗਿਆਂ ਨੂੰ ਆਦਤ ਹੈ ਗਰਮ ਪਾਣੀ ਪੀਣ ਦੀ, ਠੀਕ ਹੈ, ਪੀਓ, ਚੰਗਾ ਹੈ, ਤੁਹਾਡੀ ਸਿਹਤ ਵਾਸਤੇ ਠੀਕ ਹੈ, ਪਰ ਜਦੋਂ ਠੰਡਾ ਪੀ ਲਿਆ ਉਦੋਂ ਹੀ ਰਗੜੇ ਜਾਓਗੇ, ਕਿਉਂਕਿ ਤੁਹਾਡੀ ਬਾਡੀ ਜਿਹੜੀ ਉਸ ਤਰ੍ਹਾਂ ਦੀ ਹੋ ਜਾਏਗੀ। ਤੇ ਜੇ ਠੰਡਾ ਹੀ ਪੀਂਦੇ ਰਹੋ ਤਾਂ ਕੋਈ ਤਕਲੀਫ ਨਹੀਂ ਹੈ। ਠੰਡੇ ਤੋਂ ਤੱਤਾ ਪੀਤਾ ਜਾ ਸਕਦਾ, ਪਰ ਤੱਤੇ ਤੋਂ ਜਦੋਂ ਠੰਡਾ ਪੀਓਗੇ ਉਦੋਂ ਫੜੇ ਜਾਓਗੇ। ਪਾਣੀ ਸੀਤਲ ਹੈ, ਬਿਮਲ ਹੈ, ਮੈਲ ਤੋਂ ਰਹਿਤ ਹੈ। ਫਿਰ ਨੌਰਾ ਨੀਰੰਗ ਕਵੀ ਜੀ ਨੇ ਇੱਥੇ ਲਿਖਿਆ ਹੈ ਕਿ ਇਹ ਪਾਣੀ ਉਜਲ ਵੀ ਹੈ, ਇਸ ਪਾਣੀ ਦਾ ਇੱਕ ਆਪਣਾ ਪ੍ਰਵਾਹ ਵੀ ਹੈ। ਮਾਰਗ ਸ਼ਰਮ ਕੀ ਖੋਵਤ ਪੀਰੰਗ, ਜਿਹੜੇ ਰਸਤੇ ਤੋਂ ਚੱਲ ਕੇ ਆਉਂਦੇ ਨੇ ਇਹ ਉਹਨਾਂ ਦੀ ਪੀੜਾ ਖੋਹ ਲੈਂਦਾ ਹੈ। ਗਰਮੀਆਂ 'ਚ ਵੀ ਆਪਾਂ ਬਹੁਤ ਥੱਕੇ ਵੀ ਹੋਈਏ ਤਾਂ ਆਪਾਂ ਕੀ ਕਹਿੰਦੇ ਆ, ਮੈਨੂੰ ਨਹਾ ਲੈਣ ਦਿਓ। ਦੇਖੋ ਸਿਆਲ 'ਚ ਤੇ ਮੰਨਿਆ ਵੀ ਗਰਮ ਪਾਣੀ ਨਾਲ ਨਹਾਓਗੇ, ਤੇ ਗਰਮੀਆਂ 'ਚ ਤੇ ਠੰਡੇ ਨਾਲ ਹੀ ਨਹਾਓਗੇ ਨਾ, ਇਹਦੇ ਨਾਲ ਤੁਹਾਡਾ ਥਕੇਵਾਂ ਉਤਰਦਾ ਹੈ। ਫਿਰ ਪਾਣੀ ਪੀ ਲਓ, ਤੁਹਾਨੂੰ એનર્ਜੀ ਮਿਲਦੀ ਹੈ। ਪਾਣੀ ਦਾ ਗੁਣ ਹੈ, ਇਹ ਪਾਣੀ ਵੀ ਉਸ ਪਹਾੜ ਤੇ ਮੌਜੂਦ ਹੈ, ਦਰਖਤ ਵੀ ਨੇ, ਪਾਣੀ ਵੀ ਹੈ। ਹਾਂਜੀ। ਸਗਨ ਸੁਹਾਵਨ ਛਾਇਆ ਜਹਵਾ, ਬੈਸੇ ਸ੍ਰੀ ਨਾਨਕ ਪਿਖ ਤਹਿਵਾ। ਉੱਥੇ ਸੰਘਣੀ ਛਾਂ ਵੀ ਹੈ, ਜਿੱਥੇ ਫਲਦਾਇਕ ਬ੍ਰਿਕਸ਼ ਨੇ, ਛਾਂ ਹੈ, ਠੰਡਾ ਸੀਤਲ ਨਿਰਮਲ ਜਲ ਹੈ। ਉੱਥੇ ਆ ਕੇ ਸਤਿਗੁਰੂ ਜੀ ਨੇ ਆਪਣਾ ਆਸਣ ਲਾ ਲਿਆ। ਹੁਣ ਬੈਠਣਾ ਹੋਵੇ, ਸਮਾਂ ਗੁਜ਼ਾਰਨਾ ਹੋਵੇ, ਕਿਤੇ ਤੁਸੀਂ ਰਹਿਣਾ ਹੋਵੇ, ਵਸਣਾ ਹੋਵੇ, ਤਾਂ ਦੋ ਤਿੰਨ ਗੱਲਾਂ ਦਾ ਧਿਆਨ ਰੱਖ ਲਓ। ਆਪਾਂ ਕਹਿੰਦੇ ਨਾ ਵੀ ਇੱਥੇ
ਮੀਂਹ ਘੱਟ ਪੈਂਦਾ ਹੈ। ਮੀਂਹ ਕਿੱਥੇ ਪੈਂਦਾ ਹੈ? ਜਿੱਥੇ ਸਭ ਤੋਂ ਵੱਧ ਗ੍ਰੀਨਰੀ ਹੋਏਗੀ ਉੱਥੇ ਸਭ ਤੋਂ ਵੱਧ ਬਰਸਾਤ ਹੋਏਗੀ। ਹਾਲਾਂਕਿ ਚਾਹੀਦਾ ਉਲਟ ਹੈ ਵੀ ਉੱਥੇ ਤੇ ਪਹਿਲਾਂ ਹੀ ਠੰਡ ਹੈ, ਉੱਥੇ ਹੋਰ ਪਾਣੀ ਦੀ ਕੀ ਲੋੜ ਹੈ। ਵੇਖੋ ਇਹ ਵੀ ਕੁਦਰਤ ਹੈ ਕਿੰਨੇ ਜਿਵੇਂ ਬੱਦਲ ਸਾਰੇ ਉਧਰ ਨੂੰ ਜਾਂਦੇ ਨੇ। ਜਿੰਨਾ ਰੇਗਿਸਤਾਨ ਹੋਏਗਾ ਉਹਨਾਂ ਮੀਂਹ ਘੱਟ ਪਏਗਾ, ਉਸ ਪਾਸੇ ਬੱਦਲ ਮੂੰਹ ਹੀ ਨਹੀਂ ਕਰਦੇ। ਜਿੱਥੇ ਗ੍ਰੀਨਰੀ ਹੈ, ਜਿੱਥੇ ਪਾਣੀ ਹੈ, ਜਿੱਥੋਂ ਦੀ ਆਬੋ ਹਵਾ ਸ਼ੁੱਧ ਹੈ, ਜਿੱਥੇ ਸੁੰਦਰ ਫੁੱਲ ਫਲ ਨੇ, ਇਹ ਇਨਸਾਨ ਤੈਨੂੰ ਰਹਿਣ ਵਾਸਤੇ ਰੱਬ ਨੇ ਉੱਥੇ ਥਾਂ ਦਿੱਤੀ ਹੈ। ਹੁਣ ਤਾਂ ਬੰਦਾ ਗੰਦੇ ਨਾਲੇ ਤੇ ਵੀ ਛੱਤ ਪਾ ਕੇ ਘਰ ਬਣਾ ਲੈਂਦਾ ਹੈ, ਮੁੜ ਕੇ ਪਤਾ ਲੱਗਦਾ ਵੀ ਉਹ ਨਾਲਾ ਵੀ ਗਿਆ ਤੇ ਛੱਤ ਵੀ ਗਈ ਤੇ ਪਰਿਵਾਰ ਵੀ ਗਿਆ। ਆਪਾਂ ਤਾਂ ਇੱਕ ਹਵਸ਼ ਵਿੱਚ ਤੁਰ ਪਏ ਨਾ। ਜ਼ਿੰਦਗੀ ਜਿਉਣ ਵਾਸਤੇ, ਸਿੱਖਣ ਵਾਸਤੇ ਅਸੀਂ ਕੁਝ ਵੀ ਤਿਆਰ ਨਹੀਂ ਹੈ। ਸਿਆਣੇ ਤੇ ਇੱਥੋਂ ਤੱਕ ਵੀ ਕਹਿੰਦੇ ਨੇ ਵੀ ਜਿੱਥੇ ਮਕਾਨ ਲੈਣਾ ਹੋਵੇ ਪਹਿਲਾਂ ਉੱਥੇ ਕਿਰਾਏਦਾਰ ਬਣ ਕੇ ਰਹਿਣਾ ਚਾਹੀਦਾ। ਸਾਲ 6 ਮਹੀਨੇ ਰਹਿ ਕੇ ਵੇਖੋ ਤਾਂ ਸਹੀ ਵੀ 12 ਮਹੀਨਿਆਂ 'ਚ ਕੀ ਵਾਪਰਦਾ ਹੈ। ਕਿਉਂਕਿ ਕੁਦਰਤ ਨੇ ਆਪਣੇ ਤਰੀਕੇ ਨਾਲ ਚੱਲਣਾ ਹੈ। ਕੁਦਰਤ ਨੇ ਕਦੇ ਤੁਹਾਡੇ ਹਿਸਾਬ ਨਾਲ ਨਹੀਂ ਜੇ ਚੱਲਣਾ। ਜਿੰਨਾ ਗਿਆਨ ਵਿਗਿਆਨ ਜਿੰਨੀ ਮਰਜ਼ੀ ਤਰੱਕੀ ਕਰ ਜੇ, ਉਹਦੇ ਨਾਲ ਕੀ ਫਰਕ ਪੈਂਦਾ ਹੈ? ਕੁਦਰਤ ਥੋੜਾ ਕਿਸੇ ਦੀ ਜੇਬ ਵਿੱਚ ਪੈਣ ਲੱਗੀ ਹੈ। ਕੁਦਰਤ ਕਿਸੇ ਦੇ ਵੱਸ ਵਿੱਚ ਨਹੀਂ ਹੈ। ਕੁਦਰਤ ਦਾ ਮਾਲਕ ਉਹ ਕਰਤਾ ਆਪ ਹੈ। ਇੱਥੇ ਬੜੀ ਸੋਹਣੀ ਗੱਲ ਅੱਗੇ ਆਏਗੀ। ਬਾਬੇ ਨਾਨਕ ਨੇ ਮਰਦਾਨੇ ਨੂੰ ਕਿਹਾ ਬਈ ਫਲ ਖਾ ਲੈ। ਉਹਨੇ ਖਾਧੇ, ਬੜੇ ਰਸਦਾਇਕ, ਬੜੇ ਮਿੱਠੇ। ਹੋਰ ਖਾਧੇ, ਢਿੱਡ ਵੀ ਭਰ ਗਿਆ, ਨੀਅਤ ਨਹੀਂ ਭਰੀ। ਪੱਲੇ ਵੀ ਬੰਨ ਲੈ। ਕੁਝ ਬਾਬੇ ਨੇ ਆਪਣੇ ਹੱਥੀ ਵੀ ਦਿੱਤੇ ਵੀ ਲੈ ਮਰਦਾਨੇ ਆ ਵੀ ਖਾ, ਉਹ ਵੀ ਖਾ ਲੈ। ਫਿਰ ਮਰਦਾਨੇ ਨੇ ਇੱਕ ਸਵਾਲ ਕੀਤਾ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰ ਹੀ ਲਵਾਂ, ਕਥਾ ਤਾਂ ਚੱਲਦੀ ਰਹਿਣੀ ਅੱਗੇ। ਭਾਈ ਮਰਦਾਨਾ ਕਹਿਣ ਲੱਗਾ ਬਾਬਾ ਇੱਥੇ ਕੋਈ ਰਹਿੰਦਾ ਵੀ ਹੈ? ਸੱਚੇ ਪਾਤਸ਼ਾਹ ਕਹਿਣ ਲੱਗੇ ਹਾਂ ਮਰਦਾਨਿਆ, ਅਗਰ ਇੱਥੇ ਰੱਬ ਨੇ ਪਾਣੀ ਪੈਦਾ ਕੀਤਾ ਹੈ, ਅਗਰ ਇੱਥੇ ਰੱਬ ਨੇ ਫੁੱਲ ਤੇ ਫਲ ਪੈਦਾ ਕੀਤੇ ਨੇ, ਇਹਦਾ ਅਰਥ ਹੈ ਵੀ ਇੱਥੇ ਇਹਨਾਂ ਨੂੰ ਵਰਤਣ ਵਾਲੇ ਲੋਕ ਜ਼ਰੂਰ ਹੋਣਗੇ। ਵੇਖੋ ਰੱਬ ਦੀ ਰਚਨਾ ਕੈਸੀ ਹੈ ਕੁਦਰਤ ਦੀ। ਕੁਝ ਸਾਨੂੰ ਗੱਲ ਸਮਝ ਆਵੇ, ਜੇ ਕਿਤੇ ਸਮਝ ਸਕੀਏ ਅਸੀਂ ਤਾਂ। ਮੈਂ ਹਮੇਸ਼ਾ ਬੇਨਤੀ ਕਰਦਾ ਵੀ ਸੰਤਰਾ ਕਿੱਥੇ ਹੁੰਦਾ ਹੈ? ਪਹਿਲਾਂ ਸੰਤਰਾ ਨਾਗਪੁਰੀ ਹੁੰਦਾ ਸੀ। ਹੁਣ ਤੇ ਅਸੀਂ ਉਹਨੂੰ ਮਤਲਬ ਹਾਈਬ੍ਰਿਡ ਬਣਾ ਕੇ ਤੁਸੀਂ ਭਾਵੇਂ ਜੰਮੂ 'ਚ ਪੈਦਾ ਕਰ ਲਓ, ਕੀ ਫਰਕ ਪੈਂਦਾ? ਉਹੋ ਜਿਹਾ ਟੈਂਪਰੇਚਰ ਬਣਾ ਲਓ, ਉਹੋ ਜਿਹੇ ਜਿਵੇਂ ਉਹ ਨਕਲੀ ਖੁੰਬਾਂ ਆਉਂਦੀਆਂ ਜਿਹੜੀਆਂ ਆਪਾਂ ਖਾਈ ਜਾਂਦੇ ਆ, ਇਹ ਸਾਰੀਆਂ ਮੀਂਹ 'ਚ ਥੋੜ੍ਹਾ ਉੱਗਦੀਆਂ ਨੇ। ਇਹ ਤਾਂ ਉੱਦਾਂ ਦਾ ਟੈਂਪਰੇਚਰ ਮੈਨੇਜ ਕਰਕੇ ਤੇ ਉਹ ਸਾਰਾ ਕੁਝ ਕੀਤਾ ਜਾ ਰਿਹਾ। ਇਸੇ ਕਰਕੇ ਅੱਜ ਦਾ ਜਿਹੜਾ ਫੂਡ ਹੈ ਸਾਡੇ ਸਰੀਰ ਲਈ ਸੁਖਦਾਈ ਨਹੀਂ ਹੈ, ਕਿਉਂਕਿ ਚੀਜ਼ਾਂ ਕੁਦਰਤ ਦੇ ਅਕੋਰਡਿੰਗ ਤਾਂ ਹੈ ਹੀ ਨਹੀਂ। ਅੱਗੇ ਹਰ ਰੁੱਤ ਦਾ ਮੇਵਾ ਹੁੰਦਾ ਸੀ। ਸਰਦੀਆਂ ਦੀਆਂ ਸਬਜ਼ੀਆਂ ਹੋਰ ਹੁੰਦੀਆਂ ਸੀ, ਗਰਮੀਆਂ ਦੀਆਂ ਹੋਰ ਹੁੰਦੀਆਂ ਸੀ। ਸਰਦੀਆਂ ਦੇ ਫਲ ਹੋਰ ਹੁੰਦੇ ਸੀ, ਗਰਮੀਆਂ ਦੇ ਹੋਰ ਹੁੰਦੇ ਸੀ। ਅੱਜ ਕੱਲ੍ਹ 12 ਮਹੀਨੇ ਸਭ ਕੁਝ ਹੀ ਚੱਲੀ ਜਾਂਦਾ ਹੈ, ਤੇ 12 ਮਹੀਨੇ ਦਵਾਈ ਬੂਟੀ ਵੀ ਚੱਲੀ ਜਾਂਦੀ ਹੈ। ਸੱਚੇ ਪਾਤਸ਼ਾਹ ਨੇ ਕਿਹਾ ਮਰਦਾਨਿਆ, ਜੇ ਇੱਥੇ ਕੋਈ ਪੀਣ ਵਾਲਾ ਨਾ ਹੁੰਦਾ ਤੇ ਰੱਬ ਨੇ ਪਾਣੀ ਕਾਹਦੇ ਲਈ ਬਣਾਉਣਾ ਸੀ? ਗੁਸਾਈ ਤੁਲਸੀਦਾਸ ਜਿਹੜਾ ਹੈ, ਸ਼ਾਇਦ ਪਤਾ ਨਹੀਂ ਉਹਦੀ ਤੁਸੀਂ ਕਥਾ ਸੁਣੀ ਕਿ ਨਹੀਂ। ਕਹਿੰਦੇ ਤੁਲਸੀਦਾਸ ਮੰਗਣ ਚਲਾ ਗਿਆ। ਮੰਗਣ ਗਿਆ ਤੇ ਮਾਈ ਨੂੰ ਕਹਿੰਦਾ ਹੈ ਕਿ ਮਾਂ, ਆ ਜਿਹੜੇ ਤੇਰੇ ਵੱਡੇ ਵੱਡੇ ਥਣ ਨੇ, ਇਹਨਾਂ ਦਾ ਕੀ ਅਰਥ ਹੈ? ਕਹਿਣ ਲੱਗੀ ਪੁੱਤਰ, ਇਹ ਪਰਮਾਤਮਾ ਨਾ ਜਦੋਂ ਬੱਚੇ ਨੂੰ ਜਨਮ ਦਿੰਦਾ ਹੈ ਤੇ ਕੀ ਕਰਦਾ ਹੈ? ਪਹਿਲਾਂ ਇੱਕ ਇਸਤਰੀ ਨੂੰ ਮਾਂ ਬਣਾਉਂਦਾ ਹੈ, ਤੇ ਜਦੋਂ ਉਹ ਮਾਂ ਬਣਦੀ ਹੈ ਉਦੋਂ ਫਿਰ ਇਹਦੇ ਥਣਾਂ ਵਿੱਚ ਦੁੱਧ ਆਉਂਦਾ ਹੈ। ਵੇਖੋ ਕਿਆ ਕਮਾਲ ਹੈ। ਜਿੰਨਾ ਚਿਰ ਇਸਤਰੀ ਮਾਂ ਨਹੀਂ ਬਣਦੀ ਥਣਾਂ 'ਚ ਦੁੱਧ ਨਹੀਂ ਜਿਉਂਦਾ, ਆਉਂਦਾ ਹੀ ਨਹੀਂ। ਅਗਰ ਕੋਈ ਭੈਣ ਸਾਰੀ ਉਮਰ ਵਿਆਹ ਨਾ ਕਰੇ
ਤੇ ਇਹਨਾਂ ਥਣਾਂ 'ਚ ਦੁੱਧ ਨਹੀਂ ਆ ਸਕਦਾ। ਕੋਈ ਬੱਚੀ ਨਾ ਸ਼ਾਦੀ ਕਰੇ ਦੁੱਧ ਨਹੀਂ ਆ ਸਕਦਾ। ਦੁੱਧ ਕਦੋਂ ਆਉਂਦਾ ਹੈ? ਜਦੋਂ ਉਹ ਮਾਂ ਬਣਦੀ, ਜਦੋਂ ਪੀਣ ਵਾਲਾ ਆ ਰਿਹਾ ਹੈ ਤੇ ਪ੍ਰਮਾਤਮਾ ਨੇ ਦੁੱਧ ਵੀ ਪੈਦਾ ਕਰ ਦਿੱਤਾ ਹੈ। ਲਿਖਿਆ ਗੁਰਬਾਣੀ ਵਿੱਚ, ਪਹਿਲੋਂ ਦੇਤ ਹੈ ਰਿਜਕ ਸੰਭਾਹਾ, ਪਿੱਛੋਂ ਦੇਤ ਹੈ ਜੰਤ ਉਪਾਹ। ਮਾਂ ਦੇ ਥਣਾਂ ਵਿੱਚ ਦੁੱਧ ਪਹਿਲਾਂ ਪੈਦਾ ਕੀਤਾ, ਬੱਚੇ ਨੂੰ ਜਨਮ ਬਾਅਦ ਵਿੱਚ ਦਿੱਤਾ। ਕਿਆ ਕੁਦਰਤ ਹੈ। ਇੱਥੇ ਲਿਖਿਆ ਹੈ, ਜਦੋਂ ਸੱਚੇ ਪਾਤਸ਼ਾਹ ਤੋਂ ਭਾਈ ਮਰਦਾਨੇ ਨੇ ਪੁੱਛਿਆ, ਆਖਿਆ ਬਿਗਸਤ ਬੋਲੇ ਕਰੁਣਾ ਡੀਠਾ, ਤੋਕੋ ਲਾਗਿਓ ਸਵਾਦ ਫਲ ਮੀਠਾ, ਕਰ ਆਹਾਰ ਕੋ ਲਾਲਚ ਮਨ ਮੈਂ, ਰਾਖਿਓ ਚੈਤ ਅਬੇ ਤੂ ਬਨ ਮੈਂ, ਇਸ ਪ੍ਰਕਾਰ ਹਾਸ ਬਿਲਾਸਾ, ਕਰਤ ਹੋਤੇ ਤੈ ਠਾ ਸੁਖ ਰਾਸਾ। ਇੱਥੇ ਸਤਿਗੁਰੂ ਜੀ ਤੋਂ ਭਾਈ ਮਰਦਾਨਾ ਜੀ ਨੇ ਪੁੱਛਿਆ ਸੀ ਕਿ ਬਾਬਾ ਇਹ ਕਿਉਂ ਹੈ ਇਸ ਤਰ੍ਹਾਂ? ਸਾਧ ਸੁਦਾ ਸਮ ਫਲ ਮਦਰ ਇਹਾਂ, ਕੌਣ ਇਨ ਖਾਏ? ਬਾਬਾ ਏਡੇ ਏਡੇ ਫਲ ਖਾਏਗਾ ਕੌਣ? ਕਿਉਂਕਿ ਜਦੋਂ ਦੇ ਸਤਿਗੁਰੂ ਇਸ ਪਹਾੜ ਤੇ ਪਹੁੰਚੇ ਨੇ ਅਜੇ ਕੋਈ ਬੰਦਾ ਨਜ਼ਰ ਨਹੀਂ ਆਇਆ। ਭਾਈ ਮਰਦਾਨੇ ਨੇ ਕਿਹਾ, ਬਾਬਾ ਇਹ ਫਲ ਕੌਣ ਖਾਏਗਾ? ਇੰਨੇ ਨੇ ਫਲ ਲਾ ਦਿੱਤੇ ਨੇ ਰੱਬ ਨੇ ਇਹਨਾਂ ਦਰਖਤਾਂ ਨੂੰ। ਕਿਦੋਂ ਬਾਅਦ ਇਹ ਜਾਵਈ ਮਾਨਵ ਕੋ ਨਾ ਦਿਸਾਏ, ਕਿ ਇਹ ਫਲ ਵਿਅਰਥ ਜਾਣਗੇ ਸਾਰੇ? ਇਹ ਪਾਣੀ ਐਵੇਂ ਹੀ ਵਗੀ ਜਾਂਦਾ ਹੈ, ਫਲ ਐਵੇਂ ਹੀ ਦਰਖਤਾਂ ਦੇ ਨਾਲ ਲੱਗੇ ਰਸ ਦੇ ਨਾਲ ਭਰੇ ਹੋਏ ਨੇ। ਤਾਂ ਸਤਿਗੁਰੂ ਕੀ ਕਹਿੰਦੇ, ਗੁਰ ਕੈ ਜੇ ਨ ਖਾਵਣ ਹਾਰੋ, ਕਿਉਂ ਉਪਜਤ ਇਹ ਹਿਰਦੇ ਵਿਚਾਰੋ। ਮਰਦਾਨਿਆ ਇਹ ਗੱਲ ਇੱਦਾਂ ਸਮਝ ਕਿ ਜੇ ਰੱਬ ਨੇ ਇਹ ਫਲ ਪੈਦਾ ਕੀਤੇ ਨੇ, ਇਹਦਾ ਅਰਥ ਹੈ ਵੀ ਇੱਥੇ ਖਾਣ ਵਾਲੇ ਵੀ ਹੋਣਗੇ। ਅੱਜ ਜਿੰਨੇ ਸਾਇੰਟਿਸਟ ਜਾਂਦੇ ਨੇ ਚੰਦਰਮਾ ਤੇ, ਉਹ ਕੀ ਲੱਭਦੇ ਨੇ ਉੱਥੇ ਜਾ ਕੇ? ਪਾਣੀ। ਕਿਉਂਕਿ ਜੇ ਪਾਣੀ ਹੋਏਗਾ ਤੇ ਜੀਵਨ ਵੀ ਹੋਏਗਾ, ਜੇ ਜੀਵਨ ਹੋਏਗਾ ਤੇ ਜੀਵਨ ਜੀਉਣ ਵਾਲੇ ਜੀਵ ਜੰਤੂ ਵੀ ਹੋਣਗੇ। ਇਹਦਾ ਨਾ ਬੜਾ ਸੌਖਾ ਜਿਹਾ ਇੱਕ ਸਬਕ ਆਪਾਂ ਛੋਟੇ ਹੁੰਦੇ ਆ ਘਰਾਂ 'ਚ ਬੁਝਾਰਤਾਂ ਵਿੱਚ ਸੁਣਦੇ ਹੁੰਦੇ ਸੀ ਵੀ ਕਿਸੇ ਦੇ ਘਰ ਦੋ ਮਿੱਤਰ ਚਲੇ ਗਏ ਤੇ ਜਦੋਂ ਕੁਝ ਚਿਰ ਬੈਠੇ ਆਸੇ ਪਾਸੇ ਵੇਖ ਕੇ ਇੱਕ ਕਹਿੰਦਾ ਭਰਾ ਮੈਨੂੰ ਲੱਗਦਾ ਇਹਨਾਂ ਦੇ ਘਰ ਦਾਣੇ ਕੋਈ ਨਹੀਂ ਨਾ, ਇਹਨਾਂ ਦੇ ਘਰ ਚੂਹੇ ਕੋਈ ਨਹੀਂ। ਉਹਨਾਂ ਨੇ ਵੇਖਿਆ ਹੀ ਨਹੀਂ ਕੋਈ ਚੂਹਾ ਇੱਧਰ ਉੱਧਰ ਭੱਜਦਾ ਨੱਠਦਾ। ਤਾਂ ਦੂਜਾ ਨੂੰ ਕਹਿੰਦਾ ਭਰਾਵਾ ਜੇ ਇਹਨਾਂ ਦੇ ਘਰ ਉਹ ਨਹੀਂ ਹੈਗੇ ਤਾਂ ਉਹ ਵੀ ਹੈ ਨਹੀਂ ਗੇ। ਕਹਿੰਦਾ ਕੀ? ਕਹਿੰਦਾ ਦਾਣੇ ਵੀ ਧੈਰੀ ਨਾ, ਵੀ ਦਾਣੇ ਹੁੰਦੇ ਤੇ ਚੂਹੇ ਵੀ ਹੁੰਦੇ। ਅਗਰ ਪ੍ਰਮਾਤਮਾ ਇੱਕ ਚੀਜ਼ ਪੈਦਾ ਕਰਦਾ ਤੇ ਇੱਕ ਦੇ ਨਾਲ ਦੂਸਰੀ ਉਹਦੀ ਪੂਰਕ ਹੈ। ਹੁਣ ਇਹ ਗੱਲ ਸਾਨੂੰ ਸਮਝ ਆਉਣੀ ਚਾਹੀਦੀ ਹੈ। ਵੇਖੋ ਸ਼ੇਰ ਸਾਰੀ ਉਮਰ ਘਾਹ ਨਹੀਂ ਖਾਂਦਾ, ਇਹਦਾ ਅਰਥ ਕੀ ਹੈ? ਮਰਨ ਤੋਂ ਇੱਕ ਦਿਨ ਪਹਿਲਾਂ ਵੀ ਉਹਨੇ ਮਾਸ ਖਾਧਾ ਹੈ। ਕੀ ਉਹ ਬੁੱਢਾ ਨਹੀਂ ਹੁੰਦਾ? ਉਹ ਬੁੱਢਾ ਵੀ ਹੁੰਦਾ ਹੈ। ਤਾਂ ਹੀ ਤਾਂ ਕਹਿੰਦੇ ਨੇ ਸ਼ੇਰ ਭਾਵੇਂ ਬੁੱਢਾ ਹੋ ਜਾਏ ਕਿਤੇ ਮਾਸ ਤਾਂ ਨਹੀਂ ਛੱਡਦਾ। ਫਿਰ ਇਹਦਾ ਮਤਲਬ ਉਹ ਕੌਣ ਦਿੰਦਾ ਹੈ ਮਾਸ? ਉਹਨੂੰ ਸਾਰੀ ਉਮਰ ਤੋਂ ਸ਼ਿਕਾਰ ਕਰ ਨਹੀਂ ਸਕਦਾ। ਫਿਰ ਕਿਤੇ ਨਾ ਕਿਤੇ ਰੱਬ ਨੇ ਉਹਦੀ ਰੋਟੀ ਰੋਜੀ ਦਾ ਪ੍ਰਬੰਧ ਕੀਤਾ ਹੋਇਆ। ਜਿਹਨੇ ਇਹ ਸਾਰਾ ਕੁਝ ਕੀਤਾ ਉਹਨੂੰ ਰੱਬ ਕਹਿੰਦੇ। ਹੁਣ ਤੁਸੀਂ ਦੱਸੋ, ਤੁਸੀਂ ਰੱਬ ਕਿਹਨੂੰ ਕਹਿੰਦੇ ਹੋ? ਕੋਈ ਪਿੱਪਲ ਨੂੰ ਮੰਨੀ ਜਾਂਦਾ ਹੈ, ਕੋਈ ਬੇਰੀ ਨੂੰ ਮੰਨੀ ਜਾਂਦਾ ਹੈ, ਕੋਈ ਟਾਹਲੀ ਨੂੰ ਮੰਨੀ ਜਾਂਦਾ ਹੈ, ਕੋਈ ਕਿੱਕਰ ਨੂੰ ਮੰਨੀ ਜਾਂਦਾ ਹੈ, ਕੋਈ ਜੰਡੀ ਨੂੰ ਮੰਨੀ ਜਾਂਦਾ ਹੈ, ਕੋਈ ਪੱਥਰਾਂ ਨੂੰ ਮੰਨੀ ਜਾਂਦਾ ਹੈ, ਕੋਈ ਮੂਰਤੀਆਂ ਨੂੰ ਮੰਨੀ ਜਾਂਦਾ ਹੈ। ਇਹਦਾ ਅਰਥ ਹੈ ਵੀ ਅਸੀਂ ਰੱਬ ਦੇ ਪੁਜਾਰੀ ਨਹੀਂ ਹੈ। ਸਾਨੂੰ ਤਾਂ ਰੱਬ ਦੇ ਬਾਰੇ ਪਤਾ ਹੀ ਨਹੀਂ ਅਜੇ ਤੱਕ। ਰੱਬ ਕੌਣ ਹੈ? ਰੱਬ ਇਹਨੂੰ ਕਹਿੰਦੇ ਨੇ। ਇੱਥੇ ਜਿੱਥੇ ਬੜੇ ਬੜੇ ਸੁੰਦਰ ਫਲ ਸਨ, ਸੀਤਲ ਜਲ ਸੀ, ਚਸ਼ਮੇ ਸਨ, ਝਰਨੇ ਸਨ, ਉੱਥੇ ਜਾ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਬੈਠੇ ਨੇ। ਹਾਂਜੀ। ਬਾਰ ਫਾਰ ਮਦਰ ਤੋਰ ਮਰਦਾਨੇ,
ਗੁਰ ਅਗਰਜ ਰਾਖੇ ਤਬ ਆਨੇ। ਇੱਥੇ ਬੜੇ ਸੁੰਦਰ ਫਲ ਭਾਈ ਮਰਦਾਨੇ ਨੇ ਤੋੜ ਕੇ ਲਿਆਂਦੇ ਤੇ ਗੁਰੂ ਪਾਤਸ਼ਾਹ ਜੀ ਦੇ ਅੱਗੇ ਰੱਖ ਦਿੱਤੇ। ਮੇਰੇ ਖਿਆਲ ਮੇਰੇ ਵਰਗਾ ਹੀ ਹੋਣਾ ਹੈ, ਅਸੀਂ ਇੱਦਾਂ ਹੀ ਕਰਦੇ ਹਾਂ। ਪਰ ਲੰਗਰ ਤਿਆਰ ਕੀਤਾ, ਥਾਲੀ ਮਹਾਰਾਜ ਦੇ ਅੱਗੇ ਲਿਆ ਕੇ ਰੱਖੀ, ਭੋਗ ਲਵਾਇਆ ਤੇ ਫਿਰ ਛਕੋ ਛਕਾਓ। ਹੁਣ ਭੁੱਖ ਭਾਈ ਮਰਦਾਨੇ ਦਾ ਮਨ ਕਰਦਾ ਹੋਣਾ ਖਾਣ ਨੂੰ, ਉਹਨੇ ਕੀ ਕੀਤਾ, ਫਲ ਲਿਆਂਦੇ, ਲਿਆ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਅੱਗੇ ਰੱਖ ਦਿੱਤੇ। ਹਾਂਜੀ। ਸੁੰਦਰ ਸਰਸ ਦੇਖ ਮਨ ਭਾਏ, ਸ੍ਰੀ ਗੁਰ ਕਰ ਮੈਂ ਅਰਦ ਉਠਾਏ। ਫਲ ਹੈ ਹੀ ਬੜੇ ਸੁੰਦਰ ਸਨ, ਇਹ ਹਕੀਕਤ ਹੈ। ਤੁਹਾਨੂੰ ਕਈ ਫਲ ਇਦਾਂ ਦੇ ਲੱਗਣਗੇ ਕਿ ਵੇਖਣ ਤੋਂ ਹੀ ਮਨ ਕਰੇਗਾ ਵੀ ਮੈਂ ਇਹਨੂੰ ਖਾ ਲਵਾਂ। ਕਈ ਵਾਰੀ ਬਹੁਤੇ ਵੇਖਣ ਵਾਲੇ ਕਈ ਵਾਰੀ ਮਿੱਠੇ ਵੀ ਨਹੀਂ ਹੁੰਦੇ, ਸਵਾਦ ਵੀ ਨਹੀਂ ਹੁੰਦੇ। ਕਈ ਜਿਹੜੇ ਬਹੁਤ ਸਵਾਦ ਹੁੰਦੇ ਨੇ ਕਈ ਵਾਰੀ ਵੇਖਣ ਨੂੰ ਮਿੱਠੇ ਨਹੀਂ ਹੁੰਦੇ। ਪਰ ਇਹ ਫਲ ਸੁੰਦਰ ਵੀ ਸੀ, ਮਿੱਠੇ ਵੀ ਸੀ। ਗੁਰੂ ਨਾਨਕ ਸਾਹਿਬ ਨੇ ਅੱਧੇ, ਜਿੰਨੇ ਕੁ ਭਾਈ ਮਰਦਾਨਾ ਤੋੜ ਕੇ ਲਿਆਇਆ, ਉਹਦੇ ਚੋਂ ਅੱਧੇ ਫਲ ਸਤਿਗੁਰੂ ਜੀ ਨੇ ਚੁੱਕ ਲਏ, ਆਪਣੇ ਕਰ ਕਮਲਾਂ ਵਿੱਚ ਪਕੜੇ ਨੇ। ਹਾਂਜੀ। ਸੋ ਮੋਕੋ ਦੀਨੇ ਤੇ ਕਾਲਾ, ਰਾਖੇ ਅਰਦੰ ਆਪ ਕਿਰਪਾਲਾ। ਅੱਧੇ ਸਤਿਗੁਰੂ ਨੇ ਆਪਣੇ ਕੋਲ ਰੱਖ ਲਏ, ਅੱਧੇ ਭਾਈ ਮਰਦਾਨਾ ਜੀ ਨੂੰ ਖਾਣ ਵਾਸਤੇ ਦੇ ਦਿੱਤੇ। ਹਾਂਜੀ। ਮਰਦਾਨਾ ਤੋਰੈ ਸੋ ਖਾਵਤ, ਸਾਧ ਸੁਦਾ ਸਮ ਅਦਕ ਅਗਾਵਤ। ਭਾਈ ਮਰਦਾਨੇ ਨੇ ਤੋੜੇ ਨੇ, ਖਾਦੇ ਨੇ, ਸਾਧ ਸੁਦਾ ਸਮ। ਸਵਾਦ ਕਿਹੋ ਜਿਹਾ ਸੀ? ਕਹਿੰਦੇ ਸੁਦਾ ਵਰਗਾ। ਸੁਦਾ ਕਿਹਨੂੰ ਕਹਿੰਦੇ ਨੇ? ਹੁਣ ਇਹ ਤੁਹਾਡੀ ਬਹੁਤ ਜ਼ਿੰਦਗੀ ਦੇ ਨੇੜੇ ਦਾ ਸ਼ਬਦ ਹੈ, ਸੁਦਾ ਸਰ। ਕੀ ਪਤਾ ਹੈ ਤੁਹਾਨੂੰ ਅੰਮ੍ਰਿਤਸਰ ਸਾਹਿਬ ਦਾ ਪਹਿਲਾ ਨਾਂ ਕਿਹੜਾ ਸੀ? ਪਹਿਲਾ ਸੀ ਸੁਦਾ ਸਰ। ਅੱਜ ਵੀ ਤੁਸੀਂ ਲਿਖੋ ਅੰਮ੍ਰਿਤਸਰ, ਅੰਮ੍ਰਿਤ ਤੇ ਸੁਦਾ। ਸਾਹਿਤ ਦੇ ਲਿਟਰੇਚਰ ਦੀ ਦੁਨੀਆ 'ਚ ਜਾਓਗੇ ਤੇ ਦੋਵਾਂ ਸ਼ਬਦਾਂ ਦਾ ਅਰਥ ਇੱਕੋ ਹੀ। ਅੰਮ੍ਰਿਤ ਨੂੰ ਸੁਦਾ ਕਹਿ ਦਿਓ, ਸੁਦਾ ਨੂੰ ਅੰਮ੍ਰਿਤ ਕਹਿ ਦਿਓ। ਸਰ ਸਰੋਵਰ ਨੂੰ ਕਹਿੰਦੇ ਨੇ। ਅੰਮ੍ਰਿਤ ਸਰੋਵਰ ਤੋਂ ਅੰਮ੍ਰਿਤਸਰ ਬਣਿਆ। ਹੁਣ ਅੰਮ੍ਰਿਤਸਰ ਕਹਿ ਦਿਓ ਜਾਂ ਸੁਦਾ ਸਰ ਕਹਿ ਦਿਓ। ਤੁਹਾਨੂੰ ਪਤਾ ਅੰਮ੍ਰਿਤਸਰ ਦੇ ਵਿੱਚ 5 ਸਰੋਵਰ ਨੇ। ਹੁਣ ਮੈਂ ਬੋਲਾਂਗਾ, ਤੁਸੀਂ ਕਹੋਗੇ ਵੀ ਇਹ ਤਾਂ ਸਾਨੂੰ ਪਹਿਲਾਂ ਹੀ ਪਤਾ ਹੈ। ਪਹਿਲਾ ਕਿਹੜਾ ਹੈ? ਸੁਦਾ ਸਰ। ਦੂਜਾ ਕਿਹੜਾ ਹੈ? ਵਿਵੇਕ ਸਰ, ਸੰਤੋਖ ਸਰ, ਕੌਲ ਸਰ। ਇਹ ਸਾਰੇ ਸ਼ਬਦ ਸਰ ਦੇ ਨਾਲ ਹੀ ਬੋਲੇ ਜਾਂਦੇ ਸੀ। ਸਰ ਦਾ ਅਰਥ ਕੀ ਹੈ? ਹੁਣ ਅੰਗਰੇਜ਼ਾਂ ਵਾਲਾ ਸਰ ਨਾ ਲੱਭਣ ਚਲੇ ਜਾਣਾ। ਯਸ ਸਰ ਵਾਲਾ ਨਹੀਂ, ਇਹ ਸਰ ਹੈਗਾ, ਇਹ ਸਰ ਸਰੋਵਰ ਵਾਲਾ ਹੈ। ਸਰੋਵਰ ਨੂੰ ਸਰ ਕਹਿੰਦੇ ਨੇ, ਤਲਾਬ। ਅੰਮ੍ਰਿਤ ਵਰਗਾ ਉਹਨਾਂ ਫਲਾਂ ਦਾ ਸਵਾਦ ਸੀ। ਸਾਧ ਸੁਦਾ ਸਮ ਅਦਕ ਅਗਾਵਤ। ਭਾਈ ਮਰਦਾਨਾ ਜੀ ਰੱਜ ਗਏ ਖਾ ਖਾ ਕੇ। ਹਾਂਜੀ। ਛੋਰ ਸਕੇ ਨਹਿ ਖਾਏ ਬਾਹੋ, ਗੁਰ ਲੋ ਉਦਰੰ ਪੂਰ। ਭਾਈ ਮਰਦਾਨਾ ਛੱਡ ਨਹੀਂ ਪਾ ਰਿਹਾ, ਇੰਨੇ ਸਵਾਦ ਨੇ। ਤੇ ਖਾਂਦਿਆਂ ਖਾਂਦਿਆਂ ਗਰ ਲਓ, ਗਰ ਕਹਿੰਦੇ ਨੇ ਗਲਾ, ਗਲੇ ਤੱਕ ਉਦਰ ਪੂਰ। ਉਦਰ ਕਹਿੰਦੇ ਨੇ ਪੇਟ ਨੂੰ। ਕਹਿੰਦੇ ਗਲੇ ਤੱਕ ਪੇਟ ਭਰ ਲਿਆ ਖਾ ਖਾ ਕੇ, ਖਾ ਖਾ ਕੇ। ਹਾਂਜੀ। ਤੋਰ ਚੀਰ ਮਹਿ ਪਾਏ ਕਛ, ਬਾਂਧੇ ਸਵਾਦੰ ਪੂਰ। ਫਿਰ ਫਲ ਤੋੜ ਕੇ ਪੱਲੇ ਨਾਲ ਬੰਨ ਲੈ ਵੀ ਜਦੋਂ ਫਿਰ ਭੁੱਖ ਲੱਗੇਗੀ ਤੇ ਫਿਰ ਖਾਵਾਂਗਾ। ਹਾਂਜੀ। ਬੈਸਿਓ ਗੁਰ ਸਮੀਪ ਸੋ ਆਨਾ, ਬਿਗਸਤ ਬੋਲੇ ਮਿਆਨ ਨਿਧਾਨਾ। ਇਵੇਂ ਜਦੋਂ ਭਾਈ ਮਰਦਾਨਾ ਜੀ ਫਿਰ ਤੁਰ ਕੇ ਉੱਥੇ ਪਹਾੜਾਂ ਦੇ ਉੱਤੇ ਫਲ ਖਾ ਕੇ, ਰੱਜ ਕੇ, ਤ੍ਰਿਪਤ ਹੋ ਕੇ, ਕੁਝ ਪੱਲੇ ਬੰਨ ਕੇ ਜਦੋਂ ਵਾਪਸ ਸਤਿਗੁਰਾਂ ਦੇ ਕੋਲ ਆ ਕੇ ਬੈਠੇ ਤੇ ਸਤਿਗੁਰੂ ਹੱਸ ਪਏ, ਮੁਸਕਰਾ ਪਏ। ਫਿਰ ਆਪਣੇ ਮੁਖ ਤੋਂ ਇਹ ਬਚਨ ਉਚਾਰੇ ਨੇ। ਹਾਂਜੀ। ਜੇ ਨ ਅਗਾਇਓ ਔਰੈ ਲੀਜੈ, ਮਨ ਪਾਵਨ ਸੋ ਖਾਵਨ ਕੀਜੈ। ਉਹ ਜਿਹੜੇ ਅੱਧੇ ਫਲ ਸਤਿਗੁਰਾਂ ਨੇ ਆਪਣੇ ਕੋਲ ਰੱਖੇ ਸੀ, ਕਹਿਣ ਲੱਗੇ ਮਰਦਾਨਿਆਂ ਜੇ ਅਜੇ ਵੀ ਨਹੀਂ ਰੱਜਿਆ ਤੇ ਆ ਵੀ ਲੈ। ਉਹ ਜਿਹੜੇ ਕੋਲ ਰੱਖੇ ਸੀ ਅੱਧੇ, ਉਹ ਵੀ ਦੇਤੇ। ਕਹਿੰਦੇ ਇਹ ਵੀ ਲੈ ਲਾ ਭਾਈ।
ਇਹ ਵੀ ਖਲ ਹੈ। ਹਾਂਜੀ। ਸ੍ਰੀ ਪ੍ਰਭ ਮੈਂ ਬਹੁ ਰਹਿਓ ਅਗਾਈ, ਖਾਵਨ ਤ੍ਰਿਸ਼ਨਾ ਸਕਲ ਮਿਟਾਈ। ਭਾਈ ਮਰਦਾਨਾ ਕਹਿਣ ਲੱਗਾ ਬਾਬਾ ਮੈਂ ਤੇ ਰੱਜ ਗਿਆ, ਕੋਈ ਹੁਣ ਤ੍ਰਿਸ਼ਨਾ ਰਹੀ ਨਹੀਂ, ਵੀ ਗਲੇ ਤੱਕ ਮੇਰਾ ਪੇਟ ਭਰ ਗਿਆ। ਹਾਂਜੀ। ਜੇ ਅਬ ਰਾਵਰ ਕੀ ਰੁਚ ਦੇਵਨ, ਇੱਕ ਦੋਏ ਦੇਹੋ ਖਵਾਓ ਕਰ ਲੇਵਨ। ਤੇ ਜੇ ਸੱਚੇ ਪਾਤਸ਼ਾਹ ਤੁਸੀਂ ਬਖਸ਼ਣਾ ਦੇਣਾ ਹੀ ਹੈ ਤੇ ਫਿਰ ਇੱਕ ਅੱਧਾ ਦੇ ਦਿਓ, ਮੈਂ ਉਸ ਨੂੰ ਆਪਣੇ ਕੋਲ ਰੱਖ ਲੈਣਾ। ਹਾਂਜੀ। ਨਿਜ ਕਰ ਸੋ ਗੁਰ ਫਰ ਜੁਗ ਦੀਨੇ, ਲੈ ਕਰ ਤਬ ਹੀ ਖਾਵਨ ਕੀਨੇ। ਸਤਿਗੁਰੂ ਕਹਿਣ ਲੱਗੇ ਮਰਦਾਨਿਆਂ ਦੇਣਾ ਨਹੀਂ ਖਾਣਾ ਹੈ। ਸਤਿਗੁਰਾਂ ਨੇ 2 ਫਲ ਹੋਰ ਦਿੱਤੇ, ਭਾਈ ਮਰਦਾਨਾ ਜੀ ਨੇ ਛਕ ਲਏ। ਹਾਂਜੀ। ਖਾਣੇ ਕੀ ਰੁਚ ਉਦਰ ਅਗਾਇਓ, ਤਹਿ ਛਿਨ ਬਹਰੋ ਬੈਨ ਅਰਾਇਓ। ਜਦੋਂ ਖਾ ਲੈ ਤ੍ਰਿਪਤ ਹੋ ਗਏ, ਫਿਰ ਭਾਈ ਮਰਦਾਨੇ ਨੇ ਸਤਿਗੁਰਾਂ ਦੇ ਸਨਮੁਖ ਬੇਨਤੀ ਕੀਤੀ ਹੈ। ਹਾਂਜੀ। ਸਾਧ ਸੁਦਾ ਸਮ ਫਲ ਮਧੁਰ, ਇਹਾਂ ਕੌਣ ਇਨ ਖਾਏ। ਭਾਈ ਮਰਦਾਨੇ ਨੇ ਸੋਚਿਆ ਵੀ ਮੈਂ ਪਹਿਲਾ ਹੀ ਬੰਦਾ ਆ ਜਿਹਨੇ ਆ ਕੇ ਫਲ ਖਾਦੇ ਨੇ, ਇੱਥੇ ਤੇ ਕੋਈ ਖਾਣ ਵਾਲਾ ਹੈ ਹੀ ਨਹੀਂ। ਆਖਿਆ ਬਾਬਾ ਇਹ ਫਲ ਕੌਣ ਖਾਏਗਾ? ਏਡੇ ਸੁੰਦਰ ਪ੍ਰਮਾਤਮਾ ਨੇ ਇੱਥੇ ਪੌਦੇ ਫੁੱਲ ਫਲ ਇਹ ਪੈਦਾ ਕੀਤੇ ਨੇ। ਹਾਂਜੀ। ਕਿਦੋਂ ਬਾਦ ਇਹ ਜਾਵਈ, ਮਾਨਵ ਕੋ ਨਾ ਦਿਸਾਏ। ਕੀ ਇਹ ਸਾਰੇ ਫਲ ਬਾਦ ਜਾਣਗੇ, ਵਿਅਰਥ ਜਾਣਗੇ? ਕੀ ਕੋਈ ਇਹਨਾਂ ਨੂੰ ਖਾਵੇਗਾ ਨਹੀਂ, ਕੋਈ ਵਰਤੇਗਾ ਨਹੀਂ? ਹਾਂਜੀ। ਗੁਰ ਕਹਿ ਜੇ ਨਹਿ ਖਾਵਨ ਵਾਰੋ, ਕਿਉਂ ਉਪਜਤ ਇਹ ਹਿਰਦੈ ਵਿਚਾਰੋ। ਸਤਿਗੁਰੂ ਕਹਿਣ ਲੱਗੇ ਮਰਦਾਨਿਆ, ਜੇ ਕੋਈ ਖਾਣ ਵਾਲਾ ਨਾ ਹੁੰਦਾ ਤੇ ਰੱਬ ਨੇ ਪੈਦਾ ਹੀ ਕਿਉਂ ਕਰਨੇ ਸੀ? ਮੈਂ ਜਿਹੜੀ ਉਹ ਮਾਤਾ ਦੀ ਗੱਲ ਸੁਣਾਈ ਨਾ ਤੁਲਸੀਦਾਸ ਵਾਲੀ, ਉਹ ਬੜੀ ਭਾਵਪੂਰਤ ਹੈ। ਕਹਿੰਦੇ ਤੁਲਸੀਦਾਸ ਮੰਗਣ ਗਿਆ ਸੀ ਤੇ ਜਦੋਂ ਮਾਂ ਨੇ ਦੱਸਿਆ ਕਿ ਪੁੱਤਰ ਇਹਨਾਂ ਥਣਾਂ ਦੇ ਵਿੱਚ ਬੱਚੇ ਦੇ ਜਨਮ ਤੋਂ ਪਹਿਲਾਂ ਦੁੱਧ ਆਉਂਦਾ ਹੈ, ਕਹਿੰਦੇ ਉਹਨੇ ਆਪਣਾ ਮੰਗਣ ਵਾਲਾ ਜਿਹੜਾ ਖੱਪਰ ਸੀ ਨਾ, ਭਾਂਡਾ, ਉੱਥੇ ਸੁੱਟ ਦਿੱਤਾ। ਕਹਿੰਦਾ ਜੇ ਰੱਬ ਨੇ ਬੰਦੇ ਲਈ ਇੰਨਾ ਪ੍ਰਬੰਧ ਕੀਤਾ ਹੈ ਤੇ ਮੈਂ ਅੱਜ ਤੋਂ ਬਾਅਦ ਮੰਗਣ ਨਹੀਂ ਜਾਵਾਂਗਾ। ਇਹ ਹਕੀਕਤ ਹੈ। ਔਰ ਇਹ ਵੀ ਵੇਖ ਲੈਣਾ ਤੁਸੀਂ, ਹੁਣ ਆਪਾਂ ਇੱਕ ਪੱਖ ਜਾਣਦੇ ਹਾਂ ਵੀ 84 ਲੱਖ ਜੂਨਾਂ ਨੇ ਜੀ, ਮੰਨ ਲਿਆ, ਪਰ 84 ਲੱਖ ਜੂਨਾਂ ਦੇ ਵਿੱਚੋਂ ਮੰਗਤੀਆਂ ਜੂਨਾਂ ਕਿੰਨੀਆਂ ਨੇ? ਜਿਹੜੀਆਂ ਮੰਗਤੀਆਂ ਜੂਨਾਂ ਨੇ ਉਹ ਕਿੰਨੀਆਂ ਨੇ? ਫਿਰ ਵੇਖੋ, ਮਨੁੱਖ ਦੇ ਲਈ ਹਸਪੀਟਲ ਨੇ, ਡਾਕਟਰ ਨੇ, ਦਵਾਈਆਂ ਨੇ, ਮੈਡੀਕਲ ਸਟੋਰ ਨੇ। ਇਹਨਾਂ ਤੋਂ ਬਾਅਦ ਪ੍ਰਕਿਰਤੀ ਦੇ ਜੀਵਾਂ ਦੇ ਕਿੰਨੇ ਕੁ ਡਾਕਟਰ ਨੇ, ਕਿੰਨੇ ਕੁ ਹਸਪੀਟਲ ਨੇ, ਕਿੰਨੇ ਕੁ ਟੈਸਟ ਹੁੰਦੇ ਨੇ? ਪਤਾ ਤੁਹਾਨੂੰ ਕੌਣ ਬਿਮਾਰ ਹੁੰਦਾ ਹੈ? ਉਹ ਪੰਛੀ ਬਿਮਾਰ ਹੁੰਦੇ ਨੇ ਜਿਹੜੇ ਬੰਦੇ ਕੋਲ ਰਹਿੰਦੇ ਨੇ ਜਾਂ ਜਿਹੜੇ ਬੰਦਿਆਂ ਦੇ ਲਾਗੇ ਰਹਿੰਦੇ ਨੇ। ਉਹ ਜਾਨਵਰ ਬਿਮਾਰ ਹੁੰਦੇ ਨੇ ਜਿਹੜੇ ਬੰਦਿਆਂ ਕੋਲ ਰਹਿੰਦੇ, ਕਿਉਂਕਿ ਬੰਦੇ ਉਹਨਾਂ ਨੂੰ ਆਟਾ ਖਵਾਈ ਜਾਂਦੇ ਨੇ। ਹੁਣ ਗਾਂ ਦਾ ਆਟੇ ਨਾਲ ਕੀ ਕੰਮ ਹੈ? ਗਾਂ ਦਾ ਕੰਮ ਹੈ ਘਾਹ ਖਾਣਾ। ਅਸੀਂ ਆਟਾ ਖਵਾਵਾਂਗੇ ਤੇ ਵਿਚਾਰੀ ਬਿਮਾਰ ਤਾਂ ਹੋਏਗੀ ਭਾਈ। ਮੈਂ ਤੇ ਇੱਥੋਂ ਤੱਕ ਵੀ ਬੇਨਤੀ ਕੀਤੀ ਵੀ ਕੀ ਸਾਨੂੰ ਪਤਾ ਹੈ ਵੀ ਜਿਹੜੀ ਕਣਕ ਹੈ ਇਹ ਹਿੰਦੁਸਤਾਨ ਦੀ ਉਪਜ ਨਹੀਂ ਹੈ? ਇੱਥੋਂ ਦਾ ਕੀ ਹੈ? ਕੋਦਰਾ, ਬਾਜਰਾ, ਮੱਕੀ। ਔਰ ਅੱਜ ਤੁਸੀਂ ਇਹ ਖਾਣਾ ਸ਼ੁਰੂ ਕਰ ਦਿਓ। ਹੁਣ ਇਸ ਤੋਂ ਅੱਗੇ ਅਸੀਂ ਕਣਕ ਕੀ, ਇਸ ਤੇ ਮੈਦੇ ਤੇ ਚਲੇ ਗਏ। ਔਰ ਸਭ ਤੋਂ ਵੱਧ ਰੋਗ ਜਿਹੜੇ ਨੇ, ਆ ਜਿਹੜਾ ਜਿੰਨਾ ਜਿੰਕ ਫੂਡ ਹੈ ਉਹਨੂੰ ਕਿਉਂ ਕਿਹਾ ਜਾਂਦਾ ਮਾੜਾ? ਕਹਿੰਦੇ ਸਾਰਾ ਮੈਦੇ ਤੋਂ ਬਣਦਾ। ਮਤਲਬ ਪਹਿਲਾਂ ਕਣਕ ਸਾਡੀ ਨਹੀਂ ਸੀ, ਅਸੀਂ ਕਣਕ ਤੇ ਨਹੀਂ ਰੋਕੇ, ਫਿਰ ਮੈਦੇ ਤੇ ਪਹੁੰਚ ਗਏ ਸੀ। ਅੱਜ ਵੀ ਬੜੇ ਸਿਆਣੇ ਲੋਕ ਨੇ ਜਿਹੜੇ ਬਾਜਰਾ ਬੂਜਰਾ ਮਿਕਸ ਕਰਕੇ ਆਟਾ ਉਹ ਪਸਾ ਕੇ ਰੋਟੀ ਖਾਂਦੇ ਨੇ। ਮੇਰੇ ਇੱਕ ਮਿੱਤਰ ਨੂੰ ਅੱਜ ਵੀ ਬਾਜਰੇ ਦੀ ਰੋਟੀ ਖਾਂਦੇ, ਕਣਕ ਦੀ ਰੋਟੀ ਖਾਂਦਾ ਹੀ ਨਹੀਂ ਉਹ। ਹਾਲਾਂਕਿ ਬਹੁਤ ਵੱਡਾ ਕੇਟਰ ਹੈ ਦਿੱਲੀ ਦਾ, ਉਹ ਰੋਟੀ ਬਾਜਰੇ ਦੀ ਖਾਂਦਾ। ਮੇਰੇ ਨਾਲ ਬਹਿ ਕੇ ਵੀ ਉਹਨੇ ਖਾਧੀ ਹੈ। ਹਾਲਾਂਕਿ ਮੈਨੂੰ ਉਹਨੇ ਕਿਹਾ, ਮੈਂ ਕਿਹਾ ਜੀ ਇਹ ਲੱਕੜ ਮੇਰੇ ਤੋਂ ਤਾਂ ਨਹੀਂ ਚੱਬੀ ਜਾਣੀ, ਕਿ ਜਾਂ ਤਾਂ ਯੂਜ਼ ਟੂ ਹੋਵੋ, ਆਦਤ ਪਾਓ ਆਪਣੇ ਵਿੱਚ। ਔਰ ਸਭ ਤੋਂ ਗੁਣਕਾਰੀ ਹੈ ਸੱਚੇ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ ਭਾਈ ਮਰਦਾਨੇ ਨੇ,
ਤੇ ਸੱਚੇ ਪਾਤਸ਼ਾਹ ਕਹਿਣ ਲੱਗੇ, ਸੁਣ ਮਰਦਾਨਾ, ਗੁਰ ਕੈ ਜੇ ਨੈ ਖਾਵਣ ਹਾਰੋ, ਕਿਉਂ ਉਪਜਤ ਇਹ ਹਿਰਦੇ ਵਿਚਾਰੋ। ਮਰਦਾਨਿਆ, ਇਹਨੂੰ ਉਲਟਾ ਸੋਚ ਕਿ ਜੇ ਰੱਬ ਨੇ ਇੱਥੇ ਪਾਣੀ ਪੈਦਾ ਕੀਤਾ ਹੈ ਤੇ ਇੱਥੇ ਪੀਣ ਵਾਲਾ ਕੋਈ ਜ਼ਰੂਰ ਹੋਏਗਾ। ਮੇਰੇ ਖਿਆਲ ਹੈ ਜੀ ਮੈਂ ਆਪਣੀ ਗੱਲ ਸ਼ਾਇਦ ਕਹਿ ਨਹੀਂ ਪਾ ਰਿਹਾ, ਜੋ ਮੈਨੂੰ ਆਪ ਨੂੰ ਨਹੀਂ ਲੱਗਾ ਮੈਨੂੰ ਕਿ ਮੈਂ ਆਪਣੀ ਗੱਲ ਕਹਿ ਸਕਿਆ। ਅਗਰ ਕਿਤੇ ਪਾਣੀ ਹੈ ਤੇ ਜ਼ਰੂਰ ਧਿਆਨ ਰੱਖਿਓ, ਉੱਥੇ ਆਲੇ ਦੁਆਲੇ ਪੀਣ ਵਾਲਾ ਕੋਈ ਨਾ ਕੋਈ ਜ਼ਰੂਰ ਰਹਿੰਦਾ ਹੋਏਗਾ। ਅਗਰ ਕੋਈ ਪੀਣ ਵਾਲਾ ਨਾ ਹੁੰਦਾ ਤੇ ਰੱਬ ਨੇ ਉੱਥੇ ਪਾਣੀ ਪੈਦਾ ਹੀ ਨਹੀਂ ਸੀ ਕਰਨਾ। ਅਗਰ ਉੱਥੇ ਫਲ ਪੈਦਾ ਕੀਤੇ ਨੇ, ਇਹਦਾ ਅਰਥ ਹੈ ਕਿ ਉੱਥੇ ਫਲ ਖਾਣ ਵਾਲਾ ਕੋਈ ਨਾ ਕੋਈ ਜ਼ਰੂਰ ਹੋਏਗਾ। ਆਖਿਆ ਮਰਦਾਨਿਆ, ਗੁਰ ਕੈ ਜੇ ਨੈ ਖਾਵਣ ਹਾਰੋ, ਕਿਉਂ ਉਪਜਤ ਹਿਰਦੇ ਵਿਚਾਰੋ। ਫਿਰ ਇੱਥੇ ਜੀਵ ਕਿਉਂ ਪੈਦਾ, ਇਹ ਫਲ ਕਿਉਂ ਪੈਦਾ ਹੁੰਦੇ, ਇਹ ਪਾਣੀ ਦੇ ਝਰਨੇ ਇੱਥੇ ਕਿਉਂ ਵਗਦੇ। ਹਾਂਜੀ। ਨਿਰੰਕਾਰ ਕੇ ਸੰਤ ਜੇ ਈਠੇ, ਤਿਨ ਕੇ ਹੇਤ ਕਰੇ ਫਲ ਮੀਠੇ। ਆਖਿਆ ਮਰਦਾਨਿਆ, ਇੱਥੇ ਰੱਬ ਦੇ ਸੰਤ ਰਹਿੰਦੇ ਨੇ, ਤੇ ਜਿੰਨੇ ਉੱਤਮ ਪੁਰਖ ਰਹਿੰਦੇ ਨੇ ਉਹਨੇ ਪ੍ਰਮਾਤਮਾ ਨੇ ਉੱਤਮ ਮੇਵੇ ਇੱਥੇ ਪੈਦਾ ਕੀਤੇ ਨੇ, ਕਿਉਂਕਿ ਉਹ ਉੱਤਮ ਨੇ ਤੇ ਰੱਬ ਨੇ ਉਹਨਾਂ ਲਈ ਭੋਜਨ ਪਦਾਰਥ, ਉਹਨਾਂ ਦੀ ਖੁਰਾਕ ਉਸ ਤੋਂ ਵੀ ਉੱਤਮ ਪੈਦਾ ਕੀਤੀ ਹੈ। ਹਾਂਜੀ। ਰੁਚ ਸੋ ਖਾਏ ਲਗਾਏ ਸਮਾਦਾ, ਕਰਤ ਭਜਨ ਜਿਨ ਮੋਹ ਨ ਬਾਦਾ। ਉਹ ਰੁਚ ਨਾਲ ਖਾਂਦੇ ਨੇ ਤੇ ਸਮਾਧੀਆਂ ਲਾਉਂਦੇ ਨੇ। ਹੁਣ ਸਾਡੀ ਮਾੜੀ ਗੱਲ ਕੀ ਹੈ, ਅਸੀਂ ਚੰਗਾ ਖਾ ਕੇ ਮਾੜਾ ਬੋਲਦੇ ਹਾਂ, ਤਾਂ ਹੀ ਸਾਡੀ ਤਸ਼ਬੀਹ ਸੱਪ ਨਾਲ ਦਿੱਤੀ ਹੈ। ਤੁਸੀਂ ਕਹੋਗੇ ਜੇ ਅਸੀਂ ਤੇ ਕਿਤੇ ਨਹੀਂ ਪੜ੍ਹਿਆ, ਤੁਸੀਂ ਨਹੀਂ ਪੜ੍ਹਿਆ, ਅੱਜ ਲਿਖ ਲਓ, ਮੈਂ ਬੋਲ ਦੇਣਾ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਅਗਰ ਰੱਬ ਦੀ ਭਗਤੀ ਬੰਦਗੀ ਤੋਂ ਬਿਨਾਂ ਜਿਉਂਦੇ ਹੋ ਤੇ ਤੁਸੀਂ ਬੰਦੇ ਨਹੀਂ ਹੋ, ਤੁਸੀਂ ਸੱਪ ਹੋ। ਹੁਣ ਚਲੋ ਕੋਈ ਮੇਰੇ ਵਰਗਾ ਕਹੇਗਾ ਜੀ ਚਲੋ ਸੱਪ ਹੀ ਸਹੀ, ਉਹ ਭਰਾ ਸੱਪ ਬਣਨ ਤੋਂ ਪਹਿਲਾਂ ਉਹਦੀਆਂ 2-3 ਅਲਾਮਤਾਂ ਵੀ ਸੁਣ ਲਈ, ਸੱਪ ਕਹਿੰਦੇ ਕਿਹਨੂੰ ਨੇ। ਹੁਣ ਕਈ ਤਾਂ ਮੇਰੇ ਵਰਗੇ ਉਦਾਂ ਹੀ ਏਦਾਂ ਹੱਥ ਕਰ ਲੈਣਗੇ ਜਿਵੇਂ ਉਹ ਜੋਗੀ ਜੇ ਕਰਦੇ ਹੁੰਦੇ, ਜੋਗਣ ਜੀ ਬਣਾਉਣਾ। ਸੱਪ ਇਹਨੂੰ ਨਹੀਂ ਕਹਿੰਦੇ, ਇਹ ਸਿਰਫ ਉਹਦੀ ਇੱਕ ਨਕਲ ਹੈ। ਇਹ ਇੱਕ ਸੱਪ ਦਾ ਲੋਗੋ ਹੈ, ਵੀ ਤੁਸੀਂ ਇਦਾਂ ਦਾ ਬਣਾਓਗੇ ਤਾਂ ਤੁਹਾਨੂੰ ਲੱਗੇਗਾ ਵੀ ਇਹ ਸੱਪ ਹੈ। ਸ਼ੇਸ਼ਨਾਗ ਦੀ ਫੋਟੋ ਇਦਾਂ ਬਣਾ ਦਿੰਦੇ ਨੇ ਲੋਕ, ਨਾਗ ਦੇਵਤੇ ਦੀ ਫੋਟੋ ਇਦਾਂ ਬਣਾ ਦਿੰਦੇ ਨੇ, ਹੱਥ ਨਾਲ ਬਣਾ ਦਿੱਤੀ, ਪੱਥਰ ਨਾਲ ਬਣਾ ਦਿੱਤੀ, ਕਿਸੇ ਮੈਟਲ ਨਾਲ ਬਣਾ ਦਿੱਤੀ। ਹੁਣ ਸੱਪ ਕਿਹਨੂੰ ਕਹਿੰਦੇ ਨੇ ਤੁਹਾਨੂੰ ਪਤਾ ਹੈ? ਸੱਪ ਦੇ ਵਿੱਚ ਪਹਿਲਾ ਔਗਣ ਕੀ ਹੈ? ਸੱਪ ਦੇ ਵਿੱਚ ਪਹਿਲਾ ਔਗਣ ਇਹ ਹੈ ਕਿ ਜਿੰਨੇ ਬੱਚੇ ਸਪਣੀ ਪੈਦਾ ਕਰਦੀ ਹੈ ਉਨੇ ਬੱਚੇ ਬਚਦੇ ਨਹੀਂ। ਤੁਸੀਂ ਪੁੱਛੋਗੇ ਵੀ ਕਿਉਂ ਨਹੀਂ ਬਚਦੇ? ਉਹ ਸਪਣੀ ਖੁਦ ਹੀ ਖਾ ਜਾਂਦੀ ਹੈ। ਹੁਣ ਇਹ ਕਿੱਥੇ ਲਿਖਿਆ ਹੈ? ਇਹ ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ, ਕਬੀਰ ਹਰਿ ਕਾ ਸਿਮਰਨ ਛਾੜ ਕੇ ਰਾਤ ਜਗਾਵਣ ਜਾਏ, ਸਰਪਣ ਹੋਏ ਕੈ ਔਤਰੈ ਜਾਏ, ਉਹ ਪੰਨੇ ਖਾਏ। ਆਪਣੇ ਪੈਦਾ ਕੀਤਿਆਂ ਨੂੰ ਆਪ ਹੀ ਖਾ ਜਾਂਦੀ ਹੈ। ਨਹੀਂ ਤੇ ਮੰਨਿਆ ਹੈ ਲੋਕਾਂ ਨੇ, ਵਿਦਵਾਨਾਂ ਨੇ, ਕਿ ਜਿੰਨੇ ਬੱਚਿਆਂ ਨੂੰ ਸਪਣੀ ਜਨਮ ਦਿੰਦੀ, ਜੇ ਸਾਰੇ ਬਚ ਜਾਣ ਤੇ ਬੰਦੇ ਦਾ ਜੀਵਨ ਧਰਤੀ ਤੇ ਦੁੱਭਰ ਹੋ ਸਕਦਾ ਹੈ। ਕੋਈ ਵਿਰਲਾ ਸੱਪ ਬਚਦਾ ਹੈ ਸਪਣੀ ਕੋਲੋਂ, ਜੇ ਸਾਰੇ ਸਪੋਲਗੀ ਆਪ ਹੀ ਖਾ ਜਾਂਦੀ ਹੈ। ਇਹਦਾ ਅਰਥ ਕੀ ਹੈ? ਤੁਸੀਂ ਸੁਣਿਆ ਵੀ ਬੱਚੇ ਕੌਣ ਖਾਂਦਾ ਹੁੰਦਾ ਹੈ? ਕਹਿੰਦੇ ਬੱਚੇ ਖਾਂਦੀ ਡੈਣ। ਭਾਈ ਗੁਰਦਾਸ ਦੀ ਇੱਕ ਪੌੜੀ ਹੈ, ਕਿ ਸਪਣੀ ਬਣ ਕੇ ਆਪਣੇ ਬੱਚਿਆਂ ਨੂੰ ਖਾਏਗਾ ਤੂੰ। ਹੁਣ ਜਿਹੜਾ ਆਪਣੇ ਬੱਚਿਆਂ ਨੂੰ ਨਹੀਂ ਛੱਡਦਾ, ਮੇਰੀ ਗੱਲ ਧਿਆਨ ਨਾਲ ਸੁਣਨਾ, ਅਗਰ ਕਿਸੇ ਆਦਮੀ ਦਾ ਸੁਭਾਅ ਸੱਪ ਵਰਗਾ ਬਣ ਗਿਆ, ਜਿਹਨੇ ਬੱਚੇ ਖਾ ਲਏ, ਉਹਦੇ ਕੋਲੋਂ ਭਰਾ ਸੋਚੇ ਵੀ ਮੈਂ ਬਚ ਜਾਵਾਂਗਾ, ਗੁਆਂਢੀ ਸੋਚਣ ਵੀ ਮੈਂ ਬਚ ਜਾਵਾਂਗਾ, ਕੋਈ ਉਹਦੇ ਨਾਲ ਮਿਲਣ ਵਰਤਣ ਵਾਲੇ ਦੋਸਤ ਕਹਿਣ ਵੀ ਅਸੀਂ ਬਚ ਜਾਵਾਂਗੇ,
ਤੇ ਭਾਈ ਤੁਸੀਂ ਤੇ ਪਾਗਲ ਹੋ। ਜਿਹਨੇ ਆਪਣੇ ਬੱਚੇ ਨਹੀਂ ਛੱਡੇ, ਤੁਹਾਨੂੰ ਪਤਾ ਹੈ ਇੱਕ ਡੈਣ, ਉਹ ਵੀ ਆਪਣੇ ਬੱਚੇ ਆਪ ਨਹੀਂ ਖਾਂਦੀ, ਸਪਣੀ ਖਾਂਦੀ ਹੈ। ਸੱਪ ਦਾ ਪਹਿਲਾ ਉਗਣ ਹੈ। ਦੂਜਾ ਉਗਣ ਇਹ ਹੈ ਵੀ ਸੱਪ ਪੀਂਦਾ ਦੁੱਧ ਹੈ, ਉਗਲਦਾ ਜ਼ਹਿਰ ਹੈ। ਚੰਗਾ ਖਾ ਕੇ ਮਾੜਾ ਉਗਲੋਗੇ, ਚੰਗਾ ਖਾ ਕੇ ਮਾੜਾ ਬੋਲਣਾ, ਇਹ ਸਾਡਾ ਸੁਭਾਅ ਹੈ। ਇਹ ਸਾਧੂ ਕੀ ਕਰਦੇ ਨੇ? ਫਲ ਅੰਮ੍ਰਿਤ ਵਰਗੇ ਖਾਂਦੇ ਨੇ, ਫਿਰ ਕੀ ਕਰਦੇ ਨੇ? ਫਿਰ ਸਮਾਧੀ ਲਾਉਂਦੇ ਨੇ। ਰੁਚ ਸੋ ਖਾਏ ਲਗਾਏ ਸਮਾਧਾ, ਕਰਤ ਭਜਨ ਜਿਨ ਮੋਹ ਨਾ ਬਾਧਾ। ਫਿਰ ਸਾਰਾ ਦਿਨ ਭਗਤੀ ਕਰਦੇ ਨੇ। ਇਸ ਕਰਕੇ ਰੱਬ ਨੇ ਇਹਨਾਂ ਵਾਸਤੇ ਅੰਮ੍ਰਿਤ ਵਰਗੇ ਫਲ ਪੈਦਾ ਕੀਤੇ ਨੇ। ਸੱਪ ਦੇ ਵਿੱਚ ਇੱਕ ਉਹ ਦੋਸ਼ ਹੋਰ ਵੀ ਹੈ ਕਿ ਤੁਹਾਨੂੰ ਪਤਾ ਸੱਪ ਆਪਣਾ ਘਰ ਨਹੀਂ ਬਣਾ ਸਕਦਾ। ਫਿਰ ਪੁੱਛੋ ਸੱਪ ਕਿੱਥੇ ਰਹਿੰਦਾ ਹੈ? ਸੱਪ ਰਹਿੰਦਾ ਤੇ ਖੁੱਡਾਂ 'ਚ ਹੀ ਹੈ। ਇਹ ਖੁੱਡਾਂ ਕਿਹਦੀਆਂ ਨੇ? ਇਹ ਚੂਹਿਆਂ ਦੀਆਂ ਖੁੱਡਾਂ ਨੇ। ਸਾਡੇ 'ਚ ਬੜੇ ਲੋਕ ਨੇ ਜਿਹੜੇ ਕਦੇ ਨਹੀਂ ਆ ਕੇ ਕਹਿਣਗੇ ਗੁਰੂ ਨੂੰ ਵੀ ਮਹਾਰਾਜ ਮੈਨੂੰ ਆਪਣਾ ਘਰ ਬਖਸ਼ਣਾ। ਆ ਮਹਾਰਾਜ ਕਿਤੇ ਗੁਆਂਢੀਆਂ ਦਾ ਮਿਲ ਜਾਏ ਨਾ। ਹੁਣ ਗੁਆਂਢੀਆਂ ਦਾ ਮਿਲ ਤੇ ਜਾਵੇ ਵੀ ਜਾ ਤੇ ਕਿਹਾ ਵੀ ਪਰਮਾਤਮਾ ਮੈਨੂੰ ਪੈਸੇ ਇੰਨੇ ਦੇਣਾ, ਫਿਰ ਹੁਣ ਉੱਦਾਂ ਉਲਟਾ ਸੋਚਦੇ ਆ ਵੀ ਇਹਦੇ ਕਿਤੇ ਮਰਬੂਰੀ ਜਾਣ ਤੇ ਚੰਗੀ ਗੱਲ ਹੈ। ਇਹ ਵੀ ਸੱਪ ਦਾ ਸੁਭਾਅ ਹੈ। ਹਮੇਸ਼ਾ ਦੂਜੇ ਦਾ ਬੁਰਾ ਸੋਚਣਾ, ਕਿਉਂਕਿ ਸੱਪ ਨੇ ਚੂਹੇ ਨੂੰ ਖੁੱਡ ਚੋਂ ਕੱਢ ਕੇ ਉੱਥੇ ਰਹਿਣਾ ਕੀਤਾ। ਇਹ ਨਹੀਂ ਕਿ ਚੂਹੇ ਦੀ ਖੁੱਡ 'ਚ ਗਿਆ ਤੇ ਕਹਿੰਦਾ ਚੱਲ ਭਰਾ ਆਪਾਂ ਦੋਵੇਂ ਰਹਿ ਲੈਂਦੇ ਆ ਨਾ। ਜਾਂ ਤੇ ਉਹਨੇ ਚੂਹਾ ਮਾਰ ਦਿੱਤਾ ਤੇ ਖਾ ਲਿਆ, ਤੇ ਜਾਂ ਚੂਹਾ ਭਜਾ ਦਿੱਤਾ। ਦੂਜੇ ਦੇ ਘਰ ਤੇ ਕਬਜ਼ਾ ਕਰਨਾ ਇਹ ਵੀ ਸੱਪ ਦਾ ਕੰਮ ਹੈ। ਦੁੱਧ ਪੀ ਕੇ ਜ਼ਹਿਰ ਉਗਲਣਾ ਇਹ ਵੀ ਸੱਪ ਦਾ ਕੰਮ ਹੈ। ਆਪਣੇ ਜੰਮਿਆਂ ਨੂੰ ਵੀ ਖਾ ਜਾਣਾ ਇਹ ਵੀ ਸੱਪ ਦਾ ਕੰਮ ਹੈ। ਸੱਪ ਦੇ ਵਿੱਚ 3 ਦੋਸ਼ ਨੇ। ਹਾਂਜੀ। ਕਿਤਕ ਕਾਲ ਪ੍ਰਭ ਇਹ ਠਾਂ ਰਹੀਐ, ਮਿਲੇ ਸੰਤ ਬਚ ਸੁਣੀਐ ਕਹੀਐ। ਮਰਦਾਨਾ ਕਹਿਣ ਲੱਗਾ ਬਾਬਾ ਫਿਰ ਕੁਝ ਚਿਰ ਆਪਾਂ ਇੱਥੇ ਨਾ ਰਹੀਏ, ਵੀ ਇੱਥੇ ਰਵਾਂਗੇ ਤੇ ਰੋਜ਼ ਫਲ ਖਾਵਾਂਗੇ, ਰੋਜ਼ ਠੰਡਾ ਪਾਣੀ ਪੀਵਾਂਗੇ, ਤੇ ਬਹਾਨਾ ਕੀ ਮਾਰਿਆ? ਕਹਿੰਦਾ ਨਾਲੇ ਬਾਬਾ ਸੰਤਾਂ ਮਹਾਤਮਾਵਾਂ ਨੂੰ ਮਿਲਾਂਗੇ ਤੇ ਉਹਨਾਂ ਦੇ ਬਚਨ ਬਲਾ ਸੁਣਾਂਗੇ। ਹਾਂਜੀ। ਬਿਗਸਤ ਬੋਲੇ ਕਰੁਣਾ ਡੀਠਾ, ਤੋ ਕੋ ਲੱਗਿਓ ਸਵਾਦ ਫਲ ਮੀਠਾ। ਤੇ ਸਤਿਗੁਰੂ ਹੱਸ ਕੇ ਕਹਿਣ ਲੱਗੇ ਮਰਦਾਨਿਆ ਲੱਗਾ ਤੇ ਤੈਨੂੰ ਫਲ ਮਿੱਠਾ ਹੈ, ਤੇ ਬਹਾਨਾ ਤੂੰ ਬਣਾ ਰਿਹਾ ਸੰਤਾਂ ਦੀਆਂ ਕਥਾ ਦਾ, ਸੰਤਾਂ ਦੇ ਬਚਨ ਬਲਾਸਾਂ ਦਾ। ਇਹ ਵੀ ਇੱਕ ਬੰਦੇ ਦਾ ਸੁਭਾਅ ਹੈ। ਸਾਡੇ ਬੱਚੇ ਵੀ ਇੱਦਾਂ ਹੀ ਕਰਦੇ ਨੇ। ਤੁਸੀਂ ਬੱਚਿਆਂ ਨੂੰ ਕਿਤੇ ਲੈ ਜਾਓ, ਖੇਡਣ ਵਾਲੀ ਥਾਂ ਮਿਲ ਜਾਏ, ਕਿਸੇ ਦੇ ਘਰ ਚਲੇ ਜਾਓ, ਉੱਥੇ ਖੇਡਣ ਲਈ ਬੱਚਾ ਹੀ ਮਿਲ ਜਾਏ, ਤੇ ਬੱਚਾ ਹੌਲੀ ਜੀ ਕਹੇਗਾ ਮੰਮੀ ਆਪਾਂ ਇੱਥੇ ਨਾ ਰਹਿ ਪਈਏ, ਨਹੀਂ ਤਾਂ ਹਰ ਚੌਥੇ ਦਿਨ ਕਹਿਣਗੇ। ਉਹ ਛੋਟੇ ਬੱਚੇ ਦਾ ਨਾਂ ਲੈ ਕੇ ਤੁਹਾਡਾ ਬੱਚਾ ਕਹੂ ਮੰਮੀ ਆਪਾਂ ਉਹਨਾਂ ਦੇ ਘਰ ਚੱਲੀਏ, ਕਿਉਂਕਿ ਉੱਥੇ ਉਹਨੂੰ ਖੇਡਣ ਲਈ ਮਿਲੇਗਾ, ਉੱਥੇ ਉਹਨੂੰ ਕੁਝ ਖਾਣ ਲਈ ਵੀ ਮਿਲੇਗਾ। ਭਾਈ ਮਰਦਾਨਾ ਕਹਿਣ ਲੱਗਾ ਬਾਬਾ ਇੱਥੇ ਰਹੀਏ ਤੇ ਸੰਤਾਂ ਦੇ ਬਚਨ ਬਲਾ ਸੁਣਾਂਗੇ। ਹੁਣ ਬਾਬੇ ਨਾਨਕ ਨੂੰ ਕੌਣ ਇਸ ਤਰ੍ਹਾਂ ਪਰਚਾ ਸਕਦਾ ਸੀ? ਭਾਈ ਸੱਚੇ ਪਾਤਸ਼ਾਹ ਅੱਗੋਂ ਹੱਸ ਕੇ ਕਹਿਣ ਲੱਗੇ ਬਿਗਸਤ ਬੋਲੇ ਕਰੁਣਾ ਡੀਠਾ, ਤੋ ਕੋ ਲਾਗਿਓ ਸਵਾਦ ਫਲ ਮੀਠਾ। ਕਹਿਣ ਲੱਗੇ ਮਰਦਾਨਿਆ ਗੱਲ ਸੰਤਾਂ ਦੀ ਨਹੀਂ ਹੈ, ਗੱਲ ਤੇ ਇਹ ਵੀ ਤੈਨੂੰ ਫਲ ਬੜੇ ਮਿੱਠੇ ਲੱਗੇ ਨੇ। ਹਾਂਜੀ। ਕਰ ਆਹਾਰ ਕੋ ਲਾਲਚ ਮਨ ਮੈਂ, ਰਾਖਿਓ ਚਹਿਤ ਅਬੈ ਤੂੰ ਬਨ ਮੈਂ। ਸਤਿਗੁਰੂ ਕਹਿੰਦੇ ਤੇਰੇ ਮਨ ਵਿੱਚ ਕਰ ਆਹਾਰ ਕੋ ਲਾਲਚ ਮਨ ਮੈਂ, ਤੇਰੇ ਮਨ ਵਿੱਚ ਖਾਣ ਦਾ ਲਾਲਚ ਹੈ, ਫਲਾਂ ਦਾ ਲਾਲਚ ਹੈ। ਰਾਖਿਓ ਚਹਿਤ ਅਬੇ ਤੂੰ ਬਨ ਮੈਂ, ਤੇ ਸਾਨੂੰ ਤੂੰ ਇੱਥੇ ਜੰਗਲ 'ਚ ਹੀ ਰੱਖਣਾ ਚਾਹੁੰਦਾ ਹੈ, ਆਪਣੇ ਇੱਕ ਛੋਟੇ ਜਿਹੇ ਲਾਲਚ ਵਿੱਚ ਕਿ ਇੱਥੇ ਰਵਾਂਗੇ ਤੇ ਫਲ ਖਾਵਾਂਗੇ। ਹਾਂਜੀ। ਇਸ ਪ੍ਰਕਾਰ ਕੋ ਹਾਸੋ ਬਿਲਾਸਾ, ਕਰਤ ਹੋਤੇ ਤੇ ਠਾ ਸੁਖ ਰਾਸਾ। ਇਸ ਤਰ੍ਹਾਂ ਦਾ ਹਾਸ ਬਲਾਸ ਕਰਦੇ ਅਜੇ ਸਤਿਗੁਰੂ ਜੀ ਉੱਥੇ ਬੈਠੇ ਹੀ ਸਨ, ਉੱਥੇ ਇੱਕ ਮਹਾਤਮਾ ਆ ਗਿਆ। ਹਾਂਜੀ। ਤੇ ਛਿਨ ਏਕ ਰਖੀ ਚਲ ਆਇਓ,
ਹਰ ਸਿਮਰਨ ਮੈਂ ਜੋ ਲਪਟਾਇਓ। ਉਹ ਰੱਬ ਦਾ ਸੰਤ ਸੀ, ਰੱਬ ਦੀ ਭਗਤੀ ਵਿੱਚ ਗੜੂੰਦ ਸੀ, ਰੱਬ ਦੇ ਸਿਮਰਨ ਦੇ ਵਿੱਚ ਉਹਦੀ ਆਤਮਾ ਭਿੱਜੀ ਹੋਈ ਸੀ। ਹਾਂਜੀ। ਹਮੈਂ ਬਿਲੋਕਤ ਬੋਲਿਓ ਸੋ, ਇਹਾ ਨਾ ਪਹੁੰਚਿਓ ਕਬ ਅਸ ਕੋ। ਉਹਨੇ ਆ ਕੇ ਇੱਕੋ ਗੱਲ ਕਹੀ, ਕਹਿਣ ਲੱਗਾ ਜੀ ਆਪ ਜੀ ਕੌਣ ਹੋ, ਕਿੱਥੋਂ ਆਏ ਹੋ? ਕਿਉਂਕਿ ਇੱਥੇ ਕਦੇ ਤੁਹਾਡੇ ਤੋਂ ਪਹਿਲਾਂ ਅਸੀਂ ਮਾਤ ਲੋਕ ਦੇ ਆਮ ਆਦਮੀ ਜਿਹੜੇ ਨੇ, ਦੁਨੀਆ ਦੇ ਲੋਕ ਅਸੀਂ ਨਹੀਂ ਕਦੇ ਵੇਖੇ। ਤੁਸੀਂ ਪਹਿਲੇ ਬੰਦੇ ਹੋ ਜਿਹੜੇ ਇੱਥੇ ਆਏ ਹੋ। ਹਾਂਜੀ। ਕੋ ਤੁਮ ਕੈਸੇ ਆਨ ਪਹੁੰਚੇ, ਬਿਖਮ ਥਾਨ ਪੂਤੈ ਗਿਰ ਊਚੇ। ਇਹ ਪਹਾੜ ਧਰਤੀ ਤੋਂ ਬਹੁਤ ਉੱਚਾ ਹੈ, ਤੁਸੀਂ ਕਿਵੇਂ ਆਏ ਹੋ ਜਾਂ ਤੁਹਾਨੂੰ ਕੌਣ ਲੈ ਕੇ ਆਇਆ ਹੈ? ਆਪ ਜੀ ਦੱਸੋਗੇ? ਆਪ ਜੀ ਕੌਣ ਹੋ, ਕਿੱਥੋਂ ਆਏ ਹੋ, ਕੌਣ ਲੈ ਕੇ ਆਇਆ ਤੁਹਾਨੂੰ? ਤੁਸੀਂ ਪਹਿਲੀ ਵਾਰੀ ਇੱਥੇ ਆਏ ਹੋ, ਇੱਥੇ ਪਹਿਲਾਂ ਤੁਹਾਡੇ ਤੋਂ ਕੋਈ ਨਹੀਂ ਆਇਆ। ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।